श्री वाहेगुरु जी। भगतां का बोलिया परवान है, दर गए पवै थाय। भगतां का बोलिया परवान है, डर गए पवै थाए। भगतां तेरी टेक रते सजना। भगत सोहे दरबारे, तेरे भगत सोहे दरबारे, तेरे भगत सोहे दरबारे, तेरे भगत सोहे दरबारे। भगत सोहे दरबारे, तेरे भगत सोहे दरबारे, तेरे भगत सोहे दरबारे, तेरे भगत सोहे दरबारे। तेरा थान सुहावा, तेरा थान सुहावा, रूप सुहावा। तेरा थान सुहावा, रूप सुहावा। भगत सोहे दरबारे, तेरे भगत सोहे दरबारे, तेरे भगत सोहे दरबारे, तेरे भगत सोहे दरबारे। पव खंडन दुख पंजन स्वामी, भगत वत्सल निरंकारे। पव खंडन दुख पंजन स्वामी, भगत वत्सल निरंकारे। कोट पराध मिटे खिन भीतर, जा गुरमुख नाम समारे। कोट पराध मिटे खिन भीतर, जा गुरमुख नाम समारे। गुरमुख नाम समारे, तेरे भगत सोहे दरबारे, तेरे भगत सोहे दरबारे, तेरे भगत सोहे दरबारे। मेरा मन लागा है राम प्यारे, मन लागा है राम प्यारे। दीन दयाल करी प्रभ कृपा, बस कीने पंच दुतारे। दयाल करी प्रभ कृपा, बस कीने पंच दुतारे। कीने पंच दुतारे, बस कीने
सोहे दरबारे। तेरा थान सुहावा रूप सुहावा, तेरा थान सुहावा रूप सुहावा। भगत सोहे दरबारे, तेरे भगत सोहे दरबारे। सर्व जियां के दाते स्वामी, कर कृपाले हो उभारे। सर्व जियां के दाते स्वामी, कर कृपाले हो उभारे। तेरा वरण न जापै रूप न लगिए, तेरी कुदरत कौन विचारे। जल थल में ही अल रविया सब ठाई, आगम रूप गिरधारे। आगम रूप गिरधारे, आगम रूप गिरधारे। तेरे भगत सोहे दरबारे, तेरे भगत सोहे दरबारे, तेरे भगत सोहे दरबारे। कीरत करे सगल जन तेरी, तू अविनाशी पुरख मुरारे। कीरत करे सगल जन तेरी, तू अविनाशी पुरख मुरारे। ज्यों पावे त्यों राखो स्वामी, जन नानक शरण दुआरे। नानक शरण दुआरे, जन नानक शरण दुआरे। तेरे भगत सोहे दरबारे, तेरे भगत सोहे दरबारे। तेरा थान सुहावा सुहावा, तेरा थान सुहावा रूप सुहावा। भगत सोहे दरबारे, तेरे भगत सोहे दरबारे। तेरे भगत सोहे दरबारे, तेरे भगत सोहे दरबारे। भगत सोहे दरबारे, तेरे सोहे दरबारे। भगत सोहे दरबारे, तेरे भगत सोहे दरबारे, तेरे भगत सोहे दरबारे। हर जुग जुग भगत उपाया, पैर रखदा आया राम राजे। जुग जुग भगत उपाया, पैर रखदा आया राम राजे। हरनाकश दुष्ट हर मारिया, प्रहलाद तराया। भगतां दी सदा तू रखदा हर जियो, दुर तू रखदा आया। प्रहलाद जन तुद राख ले हर जियो, हरनाकश मार पचाया।
ਇਹ ਤੇਰੀ ਵਡਿਆਈ, ਹਰ ਜੀ ਇਹ ਤੇਰੀ ਵਡਿਆਈ। ਇਹ ਤੇਰੀ ਵਡਿਆਈ, ਹਰ ਜੀ ਇਹ ਤੇਰੀ ਵਡਿਆਈ। ਇਹ ਤੇਰੀ ਵਡਿਆਈ, ਹਰ ਜੀ ਇਹ ਤੇਰੀ ਵਡਿਆਈ। ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ। ਭਗਤ ਤੇਰੀ ਸ਼ਰਣਾਈ, ਹਰ ਜੀ ਇਹ ਤੇਰੀ ਵਡਿਆਈ। ਇਹ ਤੇਰੀ ਵਡਿਆਈ, ਹਰ ਜੀ ਇਹ ਤੇਰੀ ਵਡਿਆਈ। ਇਹ ਤੇਰੀ ਵਡਿਆਈ, ਹਰ ਜੀ ਇਹ ਤੇਰੀ ਵਡਿਆਈ। ਭਗਤਾਂ ਕੀ ਪੈਜ ਰੱਖ ਤੂੰ ਸੁਆਮੀ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ। ਵਿਖਮ ਮਾਰਗ ਚੱਲਣਾ। ਭਗਤ ਬੜਾ ਪਿਆਰਾ ਸ਼ਬਦ ਹੈ। ਭਗਤ ਤੋਂ ਭਾਵ ਕਿ ਭਾਵਨਾ ਦਾ ਪੁਤਲਾ, ਭਾਵ ਕਿ ਜਿਸਨੇ ਸਾਰੀਆਂ ਚਤਰਾਈਆਂ, ਚਲਾਕੀਆਂ, ਸਿਆਣਪਾਂ, ਲੋਕਨ ਦੀਆਂ ਵਡਿਆਈਆਂ ਅੱਗ ਵਿੱਚ ਪਾ ਕੇ ਲੂਹ ਦਿੱਤੀਆਂ ਹੋਣ। ਜਿਸਨੇ ਆਪਣੀਆਂ ਸਿਆਣਪਾਂ, ਚਤਰਾਈਆਂ ਨੂੰ ਤਿਲਾਂਜਲੀ ਦੇ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੇ, ਆਪਣੇ ਮਾਲਕ ਦੇ ਦਰ ਤੇ ਬਿਲਕੁਲ ਨਿਮਾਣਾ ਨਿਤਾਣਾ ਹੋ ਕੇ ਡਿੱਗ ਪਿਆ ਹੋਵੇ। ਹਿਰਦਾ ਨੱਕੋ ਨੱਕ ਭਾਵਨਾ ਦੇ ਨਾਲ ਭਰਿਆ ਹੋਇਆ ਹੋਵੇ। ਜਿਸ ਚੀਜ਼ ਦੀ ਸਾਧ ਸੰਗਤ ਅੱਜ ਸਾਡੇ ਵਿੱਚ ਬਹੁਤ ਘਾਟ ਹੈ, ਭਾਵਨਾ ਦੀ, ਪ੍ਰੇਮ ਦੀ। ਅੱਜ ਪਹਿਲੀ ਵਾਰੀ ਸਾਧ ਸੰਗਤ ਮੈਂ ਬਾਬਾ ਜੀ ਦੇ ਬਚਨ ਇਸ ਵਿਸ਼ੇ ਤੇ ਪਹਿਲੀ ਵਾਰੀ ਸਰਵਣ ਕੀਤੇ ਨੇ, ਸੁਣੇ ਨੇ। ਜਿਸ ਤਰ੍ਹਾਂ ਭਾਈ ਸਾਹਿਬ ਘੁੱਗਾ ਸਾਹਿਬ ਕਹਿੰਦੇ ਸਨ ਕਿ ਟੀਵੀ ਨਹੀਂ ਵੇਖਦੇ, ਬਿਲਕੁਲ ਨਹੀਂ ਵੇਖਦੇ। ਮੇਰੇ ਹਿਸਾਬ ਦੇ ਨਾਲ ਕਦੇ ਸਕਰੀਨ ਵੇਖੀ ਨਹੀਂ ਉਹਨਾਂ ਨੇ। ਇੱਥੋਂ ਤੱਕ ਜੇ ਕਿਤੇ ਕੋਈ ਵੀਡੀਓ ਹੋਵੇ ਕੀਰਤਨ ਦੀ ਵੀ, ਕਈ ਵਾਰ ਸ਼ਬਦ ਲੱਭਦੇ ਹੁੰਦੇ ਨੇ ਕਿਸੇ ਭਾਲ ਵਿੱਚ, ਉਹਦੀ ਵੀਡੀਓ ਲੱਭਦੀ ਹੈ ਤੇ ਇੱਥੋਂ ਤੱਕ ਹੁਕਮ ਕਰ ਦਿੰਦੇ ਨੇ, ਕਹਿੰਦੇ ਉਹ ਫੋਟੋ ਨਹੀਂ ਕੱਲੀ ਆਵਾਜ਼ ਆਡੀਓ ਕੱਢ ਕੇ ਲਿਆਓ। ਤੇ ਫਿਲਮਾਂ ਵੇਖਣੀਆਂ, ਟੀਵੀ ਵੇਖਣਾ, ਨਿਊਜ਼ ਚੈਨਲ ਵੇਖਣੇ, ਜਾਂ ਆਸਥਾ ਦੇ ਨਾਂ ਤੇ ਜਿਸ ਤਰ੍ਹਾਂ ਲੁੱਟ ਮਚਾਈ ਹੋਈ ਹੈ ਚੈਨਲਾਂ ਦੇ ਉੱਪਰ, ਡਾਕੂ ਬੈਠੇ ਨੇ, ਬੋਲਦੇ ਨੇ ਮਾਈਕ੍ਰੋਫੋਨ ਵਿੱਚ, ਉਹ ਤੇ ਗੱਲ ਇੱਕ ਪਾਸੇ ਹੈ। ਪਰ ਮੈਂ ਬੜਾ ਹੈਰਾਨ ਹੋਇਆ ਸਾਧ ਸੰਗਤ ਅੱਜ ਅੰਦਰੋਂ ਕਿ ਇੰਨੀ ਬਰੀਕੀ ਦੇ ਵਿੱਚ ਬਾਬਾ ਜੀ ਨੇ ਇਸ ਵਿਸ਼ੇ ਤੇ ਗੱਲਬਾਤ ਕੀਤੀ। ਕਦੇ ਨਹੀਂ ਵੇਖਿਆ ਕੀ ਹੋ ਰਿਹਾ ਹੈ ਟੀਵੀ ਤੇ। ਪਰ ਜਿਸ ਤਰ੍ਹਾਂ ਭਾਈ ਸਾਹਿਬ ਹੁਣੇ ਕਹਿੰਦੇ ਸਨ ਕਿ ਉਹ ਸਾਧ ਸੰਗਤ ਜਿਹੜਾ ਗਿਆਨ ਹੈ ਉਹ ਬਾਬਾ ਜੀ ਨੂੰ, ਉਹ ਕੋਈ ਬਾਹਰੋਂ ਗਿਆਨ ਨਹੀਂ ਹੁੰਦਾ। ਬਾਹਰਲਾ ਗਿਆਨ ਤੇ ਸਾਧ ਸੰਗਤ ਉਧਾਰਾ ਹੈ, ਜਿਤਨਾ ਵੀ ਅਸੀਂ ਲੈਂਦੇ ਹਾਂ ਇਹ ਉਧਾਰਾ ਗਿਆਨ ਹੈ। ਅਸਲ ਵਿੱਚ ਜਿਹੜਾ ਬੰਦੇ ਦਾ ਦਿਮਾਗ ਹੈ ਮਨੁੱਖ ਦਾ, ਇਹ ਬਹੁਤ ਘੱਟ ਵਰਤੋਂ ਵਿੱਚ ਆਉਂਦਾ ਹੈ। ਡਾਕਟਰ ਕਹਿੰਦੇ ਨੇ ਦਿਮਾਗ ਵਾਲੇ ਕਿ 1-2% ਅਸੀਂ ਕੰਮ ਲੈਂਦੇ ਹਾਂ ਦਿਮਾਗ ਸਾਰੀ ਜ਼ਿੰਦਗੀ ਵਿੱਚ। ਸਾਡਾ ਦਿਮਾਗ 1-1.5-2 ਹੱਦ, ਬਹੁਤ ਬੰਦਾ ਹੁਸ਼ਿਆਰ ਹੋਵੇ 2.5% ਕਿਸੇ ਦਾ ਕੰਮ ਕਰਦਾ ਹੁੰਦਾ ਹੈ। ਬਾਕੀ 97-98-99% ਸੁੱਤਾ ਰਹਿੰਦਾ ਹੈ। ਦੁਨੀਆ ਵਿੱਚ ਸਭ ਤੋਂ ਵੱਧ ਦਿਮਾਗ ਵਰਤਣ ਵਾਲਾ ਜਾਂ ਸਭ ਤੋਂ ਜ਼ਿਆਦਾ ਦਿਮਾਗ ਜਿਸ ਬੰਦੇ ਦਾ ਸੀ, ਸਾਇੰਸਦਾਨ ਹੋਇਆ ਆਇਨਸਟਾਈਨ। ਉਹਦਾ 85% ਦਿਮਾਗ ਕੰਮ, ਵਾਹਿਗੁਰੂ 15% ਕੰਮ ਕੀਤਾ, 85% ਉਹਦਾ ਵੀ ਸੁੱਤਾ ਰਿਹਾ। ਆਇਨਸਟਾਈਨ ਤੋਂ ਵੱਧ ਬੰਦਾ ਦਿਮਾਗ ਵਾਲਾ ਅੱਜ ਤੱਕ ਹੋਰ ਕੋਈ ਨਹੀਂ ਗਿਣਤੀ ਵਿੱਚ ਆਇਆ। ਜਦੋਂ ਵੀ ਕੋਈ ਬੱਚਾ ਹੁਸ਼ਿਆਰ ਮਿਲ ਜਾਵੇ ਵਰਲਡ ਲੈਵਲ ਤੇ, ਉਹਦਾ IQ ਆਇਨਸਟਾਈਨ ਦੇ ਨਾਲ ਮਿਲਿਆ ਜਾਂਦਾ ਹੈ ਕਿ ਆਇਨਸਟਾਈਨ ਨਾਲੋਂ ਕਿੰਨਾ ਕੁ ਫਰਕ ਹੈ ਇਸ ਬੰਦੇ ਦਾ, ਇਸ ਬੱਚੇ ਦੇ ਦਿਮਾਗ ਦਾ।
ਉਹਦੇ ਲਾਗੇ ਛਾਗੇ ਨੇ ਕੋਈ ਪੁੱਜ ਰਿਹਾ, ਉਹਨੇ ਵੀ 15% ਦਿਮਾਗ ਵਰਤਿਆ, 25% ਉਹਦਾ ਵੀ ਸੁੱਤਾ ਰਿਹਾ। ਵਾਹਿਗੁਰੂ 85% ਉਸ ਬੰਦੇ ਦਾ ਵੀ ਸੁੱਤਾ ਰਿਹਾ ਦਿਮਾਗ। 7.5 ਕਰੋੜ ਸੈੱਲ ਨੇ ਦਿਮਾਗ ਦੇ ਵਿੱਚ ਸਾਡੇ, ਔਰ ਹਰ ਇੱਕ ਸੈੱਲ ਆਪਣੇ ਆਪ ਵਿੱਚ 1 ਕਰੋੜ ਵਿਚਾਰ ਨੂੰ ਯਾਦ ਕਰ ਸਕਦਾ ਹੈ। ਇੱਕ ਸੈੱਲ 1 ਕਰੋੜ ਵਿਚਾਰ ਨੂੰ ਚੇਤੇ ਵਿੱਚ, ਮੈਮਰੀ ਵਿੱਚ ਰੱਖ ਸਕਦਾ ਹੈ, ਫਾਈਲਾਂ ਬਣਾ ਕੇ। ਉਹ ਵਿਚਾਰ 1 ਕਰੋੜ ਜਿਹੜਾ ਹੈ ਉਹ ਕਿਸੇ ਦਾ ਨਾਮ ਵੀ ਹੋ ਸਕਦਾ ਹੈ ਕਿ ਇਕਬਾਲ ਸਿੰਘ ਜੌਹਲ ਦਾ ਨਾਮ ਚੇਤੇ ਕਰ ਲਿਆ ਤੇ ਇੱਕ ਵੱਡਾ ਸਾਰਾ 100 ਪੰਨਿਆਂ ਦਾ ਨਾਵਲ ਵੀ ਹੋ ਸਕਦਾ ਹੈ। ਉਹਦੀ ਕੋਈ ਲਿਮਿਟ ਨਹੀਂ ਕਿ ਫਾਈਲ ਏਡੀ ਵੱਡੀ। ਇੱਕ ਫਾਈਲ ਬਣਾ ਲਈ ਉਹਨੇ, ਫੋਲਡਰ ਚ ਪਾ ਕੇ ਰੱਖ ਲਈ, ਜਿਵੇਂ ਕੰਪਿਊਟਰ ਤੇ ਲੈਪਟਾਪ ਤੇ ਵਰਤਦੇ ਹੋ ਤੁਸੀਂ। ਉਹ 1 ਕਰੋੜ ਵਿਚਾਰ ਇਸ ਤਰ੍ਹਾਂ ਦਾ ਚੇਤੇ ਕਰਦਾ। ਇੱਕ ਸੈੱਲ 7.5 ਕਰੋੜ ਸੈੱਲ ਨੇ, ਤੇ ਸਾਧ ਸੰਗਤ ਕਿੰਨੀ ਕੁ ਮੈਮਰੀ ਹੈ ਜੇ ਸਾਰੀ ਵਰਤ ਲਈ ਜਾਵੇ। ਉਹ ਦਿਮਾਗ ਦੇ ਡਾਕਟਰ ਕਹਿੰਦੇ ਨੇ ਕਿ ਜੇ ਦਿਮਾਗ ਚਾਹੇ ਬੰਦੇ ਦਾ, ਭਾਵ ਕਿ ਜਿਤਨੀ ਵੀ ਅੱਜ ਤੱਕ ਕਾਗਜ਼ ਔਰ ਸਿਆਹੀ ਵਰਤੀ ਗਈ ਹੈ, ਭਾਵ ਜਿਤਨੀਆਂ ਵੀ ਲਾਇਬ੍ਰੇਰੀਆਂ ਨੇ ਵਰਲਡ ਲੈਵਲ ਦੀਆਂ ਪੂਰੇ ਸੰਸਾਰ ਤੇ, ਇੱਕੋ ਦਿਮਾਗ ਦੇ ਵਿੱਚ ਪੈ ਸਕਦੀਆਂ ਨੇ। ਸਾਰੀਆਂ ਲਾਇਬ੍ਰੇਰੀਆਂ ਦਾ ਮਟੀਰੀਅਲ ਇੱਕੋ ਦਿਮਾਗ ਵਿੱਚ ਚੇਤੇ ਹੋ ਸਕਦਾ ਹੈ ਜੇ ਬੰਦਾ ਚਾਹੇ। ਪਰ ਇੰਨਾ ਕੰਮ ਨਹੀਂ ਕਰਦਾ ਕਿਸੇ ਦਾ ਵੀ। 100% ਦਿਮਾਗ ਕਿਸੇ ਦਾ ਕੰਮ ਨਹੀਂ ਕਰਦਾ। 100% ਕਰਦਾ ਹੈ ਬ੍ਰਹਮ ਗਿਆਨੀ ਦਾ। ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਉਹਨਾਂ ਦਾ ਖੁੱਲਦਾ ਹੈ ਦਿਮਾਗ ਪੂਰਾ। ਜਾਂ ਇਉਂ ਕਹਿ ਲਓ ਜਿਹਦਾ 100% ਦਿਮਾਗ ਖੁੱਲ ਗਿਆ ਉਹ ਬ੍ਰਹਮ ਗਿਆਨ ਉਸ ਨੂੰ ਹੋ ਗਿਆ, ਉਹ ਬ੍ਰਹਮ ਗਿਆਨੀ ਹੈ। ਬਾਕੀ ਤੇ ਆਇਨਸਟੀਨ ਤੋਂ ਤਾਂ ਬਿਲਕੁਲ ਅਸੀਂ ਬਹੁਤ ਥੱਲੇ ਹਾਂ ਸਾਰੇ ਦਿਮਾਗ ਦੇ ਵਿੱਚ। 20% ਜੇ ਕਿਸੇ ਦਾ ਦਿਮਾਗ ਕੰਮ ਕਰਨ ਲੱਗ ਪਵੇ ਤੇ ਬੰਦਾ ਬਿਲਕੁਲ ਆਪਣੇ ਆਪ ਤੇ ਕੰਟਰੋਲ ਕਰ ਸਕਦਾ ਹੈ। ਬਿਲਕੁਲ ਕਿ ਜਿੱਥੇ ਚਾਹੇ ਜਾ ਸਕਦਾ ਹੈ, 1 ਮਿੰਟ ਵਿੱਚ ਛੁਪ ਜਾਵੇ, ਸਕਿੰਟ ਵਿੱਚ ਕਿਤੇ ਚਲਿਆ ਜਾਵੇ, ਪੂਰਾ ਆਪਣੇ ਆਪ ਤੇ ਕੰਟਰੋਲ ਹੋ ਜਾਂਦਾ ਜੇ 20% ਕਹਿੰਦੇ ਕੰਮ ਕਰੇ। ਜੇ 40% ਕੰਮ ਕਰਨ ਲੱਗ ਪਵੇ ਤੇ ਸਾਹਮਣੇ ਵਾਲੇ ਨੂੰ ਵੀ ਕੰਟਰੋਲ ਕਰ ਸਕਦਾ ਹੈ ਬੰਦਾ। ਦਿਮਾਗ ਜੇ ਖੁੱਲ ਜਾਵੇ, ਉਹ ਦਿਮਾਗ ਦੀਆਂ ਤਰੰਗਾਂ ਦੇ ਨਾਲ ਉਹਦੇ ਦਿਮਾਗ ਦੇ ਵਿੱਚ ਸਿਗਨਲ ਭੇਜ ਕੇ ਉਹਨੂੰ ਵੀ ਆਪਣੇ ਕੰਟਰੋਲ 'ਚ ਲੈ ਸਕਦਾ 40% ਜੇ ਖੁੱਲ ਜਾਵੇ। ਤੇ ਜੇ ਡਾਕਟਰ ਨੂੰ ਸਵਾਲ ਕੀਤਾ ਜੇ 40 ਤੋਂ ਅੱਗੇ ਕਿਸੇ ਦਾ ਖੁੱਲ ਜਾਵੇ, ਫਿਰ ਸੋਚਾਂ ਵਿੱਚ ਪੈ ਗਿਆ। ਉਹ ਡਾਕਟਰ ਕਹਿੰਦਾ ਫਿਰ ਮੈਂ ਨਹੀਂ ਕੁਝ ਦੱਸ ਸਕਦਾ, ਮੈਨੂੰ ਨਹੀਂ ਪਤਾ ਫਿਰ ਕੀ ਹੋਵੇਗਾ। ਕਹਿੰਦੇ ਸਾਡੇ ਵੱਸ ਦੀ ਗੱਲ ਨਹੀਂ, ਵੀ 40 ਤੋਂ ਵੱਧ ਦੱਸਣਾ ਹੀ ਕੀ ਹੈ। ਤੇ ਭਾਈ ਸਾਹਿਬ ਕਹਿੰਦੇ ਸਨ ਕਿ ਬਾਬਾ ਜੀ ਦੇ ਦਿਮਾਗ ਦੀ ਉਹ ਬ੍ਰਹਮ ਗਿਆਨੀ ਸਾਧ ਸੰਗਤ, ਉਹ ਬ੍ਰਹਮ ਗਿਆਨ ਜਿਸ ਨੂੰ ਹੋ ਗਿਆ, ਬ੍ਰਹਮ ਗਿਆਨ ਤੋਂ ਭਾਵ ਕਿ ਪੂਰੇ ਬ੍ਰਹਿਮੰਡ ਦਾ ਗਿਆਨ ਹੋ ਜਾਣਾ। ਜੋ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਜੋ ਕੁਝ ਹੋ ਰਿਹਾ ਹੈ, ਉਹ ਸਾਰਾ ਕੁਝ ਹੈ ਤੇ ਬੰਦੇ ਦੇ ਅੰਦਰ, ਪਰ ਸੁੱਤਾ ਹੋਇਆ ਹੈ ਬਿਲਕੁਲ। ਉਸ ਪਾਸਿਓਂ ਅਸੀਂ ਬਿਲਕੁਲ ਸੁੱਤੇ ਹੋਏ ਹਾਂ। ਉਹ ਖੰਡਾਂ ਬ੍ਰਹਿਮੰਡਾਂ ਦੀ ਸੋਝੀ ਜਦੋਂ ਹੁੰਦੀ ਹੈ, ਉਹ ਫਿਰ ਬ੍ਰਹਮ ਗਿਆਨ ਆਗਮ ਨਿਗਮ ਦੀ ਸੋਝੀ ਹੋ ਜਾਣੀ, ਭਰਮ ਦਾ ਪਰਦਾ ਪਾਟ ਜਾਣਾ, ਇਤਿਆਦਿਕ ਸ਼ਬਦਾਂ ਦੇ ਨਾਲ ਉਹਨੂੰ ਪ੍ਰਗਟ ਕੀਤਾ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਕਿ ਭਾਂਬੀਰੀ ਕੇ ਪਾਤ ਪਾਰ ਦੋ ਬਿਨ ਭੇਖੇ ਦੁਹਰਾਇਓ, ਕਿ ਬੰਦੇ ਵਿੱਚ ਤੇ ਰੱਬ ਦੇ ਵਿੱਚ ਜਿਹੜਾ ਪਰਦਾ ਹੈ, ਉਹ ਕੋਈ ਕੰਧ ਨਹੀਂ ਕੱਢੀ ਹੋਈ ਕੰਕਰੀਟ ਦੀ, ਕੋਈ ਮਜ਼ਬੂਤ ਕੰਧ ਨਹੀਂ। ਉਹ ਕੇਵਲ ਇੱਕ ਜਿੱਥੇ ਤਿਤਲੀ ਦਾ ਖੰਭ ਕਹਿ ਲਓ, ਭੰਬੀਰੀ ਦਾ ਖੰਭ ਕਹਿ ਲਓ, ਉਹ ਉਨੀ ਕੁ ਮਜ਼ਬੂਤ ਹੈ। ਭੰਬੀਰੀ ਕੇ ਪਾਤ ਪਰ ਦੋ, ਹੁਣ ਤਿਤਲੀ ਦਾ ਖੰਭ ਕਿੱਡਾ ਕੁ ਮਜ਼ਬੂਤ ਹੁੰਦਾ ਹੈ, ਪਰ ਕਹਿੰਦੇ ਬੰਦੇ ਤੇ ਰੱਬ ਦੇ ਵਿੱਚ ਪਰਦਾ ਜਿਹੜਾ ਭਰਮ ਦਾ ਪਰਦਾ ਹੈ, ਹੰਕਾਰ ਦਾ ਪਰਦਾ ਕਹਿ ਲਓ, ਭਰਮ ਦਾ ਕਹਿ ਲਓ, ਭਰਮ ਹੀ ਹੁੰਦਾ ਹੈ ਹੰਕਾਰ ਬੰਦੇ ਨੂੰ ਆਪਣੇ ਆਪ ਤੇ। ਪਤਾ ਨਹੀਂ ਮੈਂ ਕੀ ਬਣ ਗਿਆ, ਹੰਕਾਰ ਹੋ ਗਿਆ, ਉਹ ਭਰਮ ਹੀ ਹੁੰਦਾ ਹੈ, ਭੁਲੇਖਾ ਹੀ ਹੁੰਦਾ ਹੈ, ਉਹੀ ਪਰਦਾ ਹੈ। ਪਰ ਕਹਿੰਦੇ ਉਹ ਹੈ ਤੇ ਇੰਨਾ ਕੀ ਮਜ਼ਬੂਤ ਕਿ ਭੰਬੀਰੀ ਦੇ ਖੰਭ ਜਿੰਨਾ, ਤਿਤਲੀ ਦੇ ਖੰਭ ਜਿੰਨਾ, ਪਰ ਜਿੰਨੀ ਦੇਰ ਉਹ ਪਰਦਾ ਟੁੱਟਦਾ ਨਹੀਂ, ਪਰਦਾ ਪਾਟਦਾ ਨਹੀਂ, ਉਨੀ ਦੇਰ ਤੇ ਪਰਦਾ ਮੌਜੂਦ ਹੈ ਨਾ, ਉਨੀ ਦੇਰ ਤੇ ਓਲਾ ਹੀ ਹੈ। ਰੱਬ ਦੇ ਤੇ ਬੰਦੇ ਦੇ ਵਿੱਚ ਜੇ ਕਿਤੇ ਲੱਗ ਜਾਵੇ ਪ੍ਰੇਮ, ਆਪਣੇ ਮਾਲਕ ਦਾ ਪ੍ਰੇਮ ਲੱਗ ਜਾਵੇ, ਉਹ ਪ੍ਰੇਮ ਦੀ, ਇਸ਼ਕ ਦੀ, ਮੁਹੱਬਤ ਦੀ ਮਾੜੀ ਜਿਹੀ ਠੋਕਰ ਵੀ ਲੱਗ ਜਾਵੇ, ਉਸ ਪਰਦੇ ਨੂੰ ਤੇ ਚਰਦਾ ਚਰਦਾ ਉਹ ਪਰਦਾ ਪਾਟ ਜਾਂਦਾ ਹੈ, ਟੁੱਟ ਜਾਂਦਾ ਹੈ। ਉਹ ਪਾਟਦਾ ਹੈ ਸਾਧ ਸੰਗਤ ਪ੍ਰੇਮ ਦੇ ਨਾਲ, ਤੇ ਪ੍ਰੇਮ ਕਰਦੇ ਨੇ ਭਗਤ ਵਾਹਿਗੁਰੂ ਦੇ ਨਾਲ। ਸਾਡੇ ਵੱਸ ਦੀ ਗੱਲ ਨਹੀਂ। ਜਿਸ ਤਰ੍ਹਾਂ ਦਾ ਇਸ਼ਕ, ਜਿਸ ਤਰ੍ਹਾਂ ਦਾ ਪ੍ਰੇਮ ਭਗਤ ਕਰਦੇ ਨੇ, ਉਹ ਸਾਡੇ ਵੱਸ ਦੀ ਥੋੜੀ ਗੱਲ ਹੈ। ਤੁਹਾਡੇ ਸਾਹਮਣੇ
ਤੁਸੀਂ ਸਾਰੇ ਤਕਰੀਬਨ ਜ਼ਿਮੀਂਦਾਰ ਸੱਜਣ ਬੈਠੇ ਹੋਏ ਹੋ ਸੰਗਤ ਵਿੱਚ, ਧੰਨੇ ਜੱਟ ਨੂੰ ਯਾਦ ਕਰਦੇ ਹੋ ਬੜੇ ਮਾਣ ਦੇ ਨਾਲ ਸਾਰੇ ਅਸੀਂ। ਉਸਨੇ ਕੀ ਕੀਤਾ? ਉਸਨੇ ਕੋਈ ਜਪ ਤਪ ਪੂਜਾ ਪਾਠ, ਕੋਈ ਪੁੱਠੇ ਲਟਕੇ ਧੂਣੀਆਂ ਤਾ ਕੇ ਤਪੱਸਿਆ ਨਹੀਂ ਕੀਤੀ, ਸਿਰਫ ਅੰਦਰੋਂ ਭਾਵਨਾ ਦੇ ਨਾਲ ਪ੍ਰਗਟ ਕੀਤਾ। ਬਾਬਾ ਨੰਦ ਸਿੰਘ ਮਹਾਰਾਜ ਕਹਿੰਦੇ ਹੁੰਦੇ ਸਨ, ਕਹਿੰਦੇ ਗੱਲ ਤੇ ਭਾਵਨਾ ਦੀ ਹੈ। ਕਹਿੰਦੇ ਧੰਨੇ ਨੂੰ ਭਾਵਨਾ ਬਣੀ ਤੇ ਉਹਨੇ ਪੱਥਰ ਦੇ ਵਿੱਚੋਂ ਕੱਢ ਲਿਆ, ਤੇ ਸਾਨੂੰ ਤੇ ਕਹਿੰਦੇ ਸਾਡੀ ਭਾਵਨਾ ਦੀ ਇੰਨੀ ਕਮੀ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਨਹੀਂ ਕੱਢਣਾ ਹੁੰਦਾ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ ਦੀਦਾ। ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ ਜਦੋਂ ਧੰਨੇ ਦੀ ਉਹ ਪੌੜੀ ਸਾਰੀ ਉਚਾਰਦੇ ਨੇ ਕਿ ਕਿਸ ਤਰ੍ਹਾਂ ਘਟਨਾ ਹੋਈ। ਕਹਿੰਦੇ ਨੇ ਬਾਹਮਣ ਪੂਜੇ ਦੇਵਤੇ, ਧੰਨਾ ਗਊ ਚਰਾਵਣ ਆਵੇ। ਬਾਹਮਣ ਪੂਜੇ ਦੇਵਤੇ, ਧੰਨਾ ਗਊ ਚਰਾਵਣ ਆਵੇ। ਖੇਤੀ ਕਰਦੇ ਨੇ ਭਗਤ ਧੰਨਾ ਜੀ, ਜਵਾਨੀ ਦੀ ਉਮਰ ਹੈ, ਹਾਲੇ ਵਿਆਹ ਨਹੀਂ ਹੋਇਆ, ਸ਼ਾਦੀ ਨਹੀਂ ਹੋਈ। ਰੋਜ਼ ਖੇਤਾਂ ਦੇ ਵਿੱਚ ਹੱਡ ਭੰਨਵੀਂ ਮਿਹਨਤ ਕਰਦੇ ਨੇ, ਛੋਟਾ ਮੋਟਾ ਨਹੀਂ। 600 ਕਮਾ ਪੈਲੀ ਦੀ ਖੇਤੀ ਹੈ ਭਗਤ ਧੰਨੇ ਦੀ। 6 ਸਾਂਝੀ ਕਹਿੰਦੇ ਰਲੇ ਹੋਏ ਸਨ। 100 ਕਮਾ ਵੰਡਿਆ ਹੋਇਆ ਸੀ, ਕਿਉਂਕਿ ਉਹਨਾਂ ਸਮਿਆਂ ਵਿੱਚ ਮਸ਼ੀਨਰੀ ਦਾ ਯੁੱਗ ਨਹੀਂ ਸੀ ਤੇ ਇੱਕ ਬੰਦੇ ਕੋਲੋਂ 600 ਕਮਾ ਸਾਂਭਣਾ ਸੌਖਾ ਨਹੀਂ ਸੀ। ਇਸ ਲਈ 6 ਸਾਂਝੀਆਂ ਨੇ ਰਲ ਕੇ 100 ਕਮਾ ਵੰਡਿਆ ਹੋਇਆ ਸੀ। ਬਾਕੀ ਦੇ ਜਿਹੜੇ ਹਿੱਸੇਦਾਰ ਸਨ ਉਹ ਤੇ 2-2 4-4 ਭਰਾ ਸੀ, ਭਤੀਜੇ ਸਨ ਨਾਲ ਰਲੇ ਹੋਏ ਉਹਨਾਂ ਦੇ। ਤੇ ਭਗਤ ਧੰਨਾ ਜੀ ਬਿਲਕੁਲ ਇਕੱਲੇ ਸਨ, ਨਾ ਕੋਈ ਭਰਾ ਸੀ ਤੇ ਜੇ ਭਰਾ ਨਹੀਂ ਤੇ ਭਤੀਜਾ ਵੀ ਨਹੀਂ, ਬਿਲਕੁਲ ਇਕੱਲੀ ਕੈਰੀ ਜਾਨ। ਬੜੀ ਮੁਸ਼ਕਲ ਦੇ ਨਾਲ ਉਹਨਾਂ ਨੇ ਕੰਮ ਸੰਭਿਆ ਹੋਇਆ ਸੀ। ਰੋਜ਼ ਵੱਡੇ ਤੜਕੇ ਹਲ ਜੋੜਦੇ ਨੇ ਤਾਰਿਆਂ ਦੀ ਛਾਵੇਂ, ਦਿਨ ਚੜ੍ਹਦੇ ਤੱਕ ਪੈਲੀ ਵਾਹ ਕੇ ਖੂਹ ਜੋੜ ਲੈਂਦੇ ਨੇ, ਗਾਈਆਂ ਚਾਰਦੇ ਨੇ, ਪੱਠਾ ਦਿੱਤਾ ਕਰਦੇ ਨੇ, ਸੁਰਤ ਨਹੀਂ ਆਉਂਦੀ ਸਾਰਾ ਦਿਨ। ਕੀ ਵੇਖਦੇ ਨੇ ਰੋਜ਼ ਕਿ ਜਿਸ ਵੇਲੇ ਖੂਹ ਜੋੜਿਆ ਹੁੰਦਾ ਹੈ ਔਰ ਲਾਗੇ ਧੰਨਾ ਜੀ ਆਪਣੀਆਂ ਗਊਆਂ ਮੱਝਾਂ ਛੱਡ ਕੇ ਉਹ ਲਵੇਰੀਆਂ ਨੂੰ ਚਾਰ ਰਹੇ ਹੁੰਦੇ ਨੇ, ਤੇ ਰੋਜ਼ ਵੇਖਦੇ ਨੇ ਕਿ ਸਵੇਰੇ ਉਹਨਾਂ ਲਈ ਪਿੰਡ ਦਾ ਹੀ ਇੱਕ ਪੰਡਤ ਜਿਹਦਾ ਨਾਮ ਹੈ ਤਰਲੋਚਨ ਰੋਜ਼ ਆਉਂਦਾ ਹੈ, ਝੋਲੇ ਦੇ ਵਿੱਚੋਂ ਛੋਟੇ ਪੱਥਰ ਕੱਢ ਕੇ ਉਹ ਖੂਹ ਦੇ ਵਗਦੇ ਹੋਏ ਖਾਲ ਦੇ ਵਿੱਚ ਧੋ ਕੇ ਉਹਨਾਂ ਨੂੰ ਫਿਰ ਸਾਫ਼ ਕੱਪੜੇ ਦੇ ਉੱਪਰ ਰੱਖ ਕੇ, ਉੱਪਰ ਸਾਫ਼ ਕੱਪੜੇ ਦੇ ਨਾਲ ਸਾਫ਼ ਕਰਕੇ ਉਹਨਾਂ ਨੂੰ ਉੱਥੇ ਰੱਖ ਲੈਂਦੇ ਨੇ। ਉਹ ਪੰਡਤ ਜੀ ਉਹਨਾਂ ਨੂੰ ਧੂਫ ਟਿੱਕਾ ਕਰਦੇ ਨੇ, ਸੰਧੂਰ ਲਾਉਂਦੇ ਨੇ, ਆਲੇ ਦੁਆਲਿਓਂ ਜੰਗਲੀ ਫੁੱਲ ਪੱਤੀਆਂ ਤੋੜ ਕੇ ਉਹਦੇ ਮੂਹਰੇ ਰੱਖ ਕੇ ਕਈ ਕੁਝ ਕਰਦੇ ਨੇ ਉਹ ਪੂਜਾ ਆਪਣੀ। ਧੰਨਾ ਜੀ ਰੋਜ਼ ਵੇਖਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ ਬਾਹਮਣ ਪੂਜੇ ਦੇਵਤੇ, ਧੰਨਾ ਗਊ ਚਰਾਵਣ ਆਵੇ। ਧੰਨੇ ਉਹਨਾਂ ਨੇ ਗਊਆਂ ਛੱਡੀਆਂ ਹੁੰਦੀਆਂ ਨੇ, ਬਾਹਮਣ ਜੀ ਰੋਜ਼ ਪੂਜਾ ਕਰਦੇ ਨੇ ਪੱਥਰ ਦੀ। ਧੰਨੇ ਡਿੱਠਾ ਚਲਤ ਇਹ, ਧੰਨੇ ਨੇ ਵੇਖਿਆ ਰੋਜ਼ ਇਹ ਕੌਤਕ ਵੇਖਿਆ ਕਿ ਕੀ ਕਰਦੇ ਨੇ ਪੰਡਤ ਜੀ। ਪੁੱਛੇ ਬਾਹਮਣ ਆਖ ਸੁਣਾਵੇ। ਇੱਕ ਦਿਨ ਪੁੱਛ ਲਿਆ, ਕਹਿੰਦੇ ਦੇਵਤਾ ਜੀ ਕੀ ਕਰਦੇ ਹੋ ਰੋਜ਼? ਪੰਡਤ ਜੀ ਨੇ ਸੋਚਿਆ ਕਿ ਮੋਟਾ ਦਿਮਾਗ ਹੈ ਜੱਟ ਦਾ, ਇਹਦੇ ਪੱਲੇ ਕੁਝ ਨਹੀਂ ਪੈਣਾ ਜੇ ਮੈਂ ਦੱਸਿਆ। ਕਹਿੰਦੇ ਧੰਨਿਆ ਮੈਂ ਇਹ ਠਾਕੁਰ ਨੇ ਠਾਕੁਰ। ਕਹਿੰਦੇ ਕੀ ਰੋਜ਼ ਵੱਟੇ ਜੇ ਕੱਢ ਕੇ ਧੋਣ ਲੱਗ ਪੈਂਦੇ ਹੋ ਛੋਟੇ ਪੱਥਰ? ਕਹਿੰਦੇ ਧੰਨਿਆ ਇਹ ਪੱਥਰ ਨਹੀਂ, ਇਹ ਠਾਕੁਰ ਜੀ ਨੇ। ਕਹਿੰਦੇ ਅੱਛਾ ਇਹ ਕੀ ਕਰਦੇ ਨੇ ਠਾਕੁਰ? ਕਹਿੰਦੇ ਮੈਂ ਠਾਕੁਰਾਂ ਦੀ ਸੇਵਾ ਕਰਦਾ ਹਾਂ। ਜੇ ਠਾਕੁਰ ਦੀ ਸੇਵਾ ਕਰੀਏ ਫਿਰ ਕੀ ਹੁੰਦਾ ਹੈ? ਕਹਿੰਦੇ ਠਾਕੁਰ ਦੀ ਸੇਵਾ ਕਰੇ ਜੋ ਇੱਛੇ ਸੋਈ ਫਲ ਪਾਵੇ। ਕਹਿੰਦੇ ਠਾਕੁਰਾਂ ਦੀ ਜੇ ਸੇਵਾ ਕਰੀਏ ਜੋ ਮਨ ਵਿੱਚ ਕਹਿੰਦੇ ਇੱਛਾ ਹੋਵੇ ਉਹ ਸਾਰੇ ਕੰਮ ਕਰ ਦਿੰਦਾ ਹੈ ਠਾਕੁਰ। ਕਹਿੰਦੇ ਅੱਛਾ ਜੋ ਮਰਜ਼ੀ ਕਰਵਾ ਲਈਏ ਠਾਕੁਰ ਤੋਂ? ਕਹਿੰਦੇ ਹੋਰ ਧੰਨਿਆ ਸਾਰੀ ਦੁਨੀਆ ਦੇ ਕਾਰ ਵਿਹਾਰ ਜੋ ਕੁਝ ਹੋ ਰਿਹਾ ਹੈ ਉਹਦੇ ਹੁਕਮ 'ਚ ਤੇ ਹੋ ਰਿਹਾ ਹੈ। ਇਹ ਸੂਰਜ ਚੜ੍ਹਦਾ ਹੈ, ਰੋਜ਼ ਡੁੱਬਦਾ ਹੈ, ਚੰਦ ਚੜ੍ਹਦਾ ਹੈ, ਤਾਰੇ ਆਉਂਦੇ ਨੇ, ਛਿਪ ਜਾਂਦੇ ਨੇ, ਰੁੱਤਾਂ ਆਉਂਦੀਆਂ ਨੇ, ਮੀਂਹ ਪੈਂਦਾ ਹੈ, ਬੱਦਲਵਾਈ, ਜੋ ਕੁਝ ਵੀ ਕਹਿੰਦੇ ਚੱਕਰ ਚੱਲ ਰਿਹਾ ਹੈ ਉਹ ਠਾਕੁਰ ਹੀ ਤਾਂ ਕਰਨ ਵਾਲੇ ਨੇ, ਠਾਕੁਰ ਹੀ ਸਭ ਕੁਝ ਕਰਦੇ ਨੇ। ਕਹਿੰਦੇ ਅੱਛਾ ਠਾਕੁਰ ਦੀ ਸੇਵਾ ਕਰੇ ਜੋ ਇੱਛੇ ਸੋਈ ਫਲ ਪਾਵੇ। ਤੇ ਨਾ ਆਖਣ ਲੱਗਾ, ਕਹਿੰਦਾ ਪੰਡਤ ਜੀ ਇਸ ਤਰ੍ਹਾਂ ਕਰੋ, ਕਿਰਪਾ ਕਰੋ ਮੈਨੂੰ ਇੱਕ ਠਾਕਰ ਦੇ ਦਿਓ, ਮੈਂ ਬੜਾ ਤੰਗ ਹਾਂ। ਕਹਿੰਦੇ ਕੱਲੀ ਜਾਨ 100 ਕਮਾ ਪੈਲੀ, ਬੜਾ ਮੈਂ ਤੰਗ ਹਾਂ, ਮੈਨੂੰ ਹੱਥ ਨੂੰ ਹੱਥ ਹੋ ਜਾਵੇਗਾ, ਇੱਕ ਠਾਕਰ ਮੈਨੂੰ ਦੇ ਦਿਓ।
मेरे नाल काम करा लिया करेगा। भोला जट भोलियां गल्लां कर रहा है। धन्ना करदा जोदड़ी मैं भी देख जे तुद भावै। कहंदे कृपा करो मैनू भी एक दे दो। पंडित जी ने वेख्या भी पहले तो टाल मटोला करते रहे, फिर पिछे पै गए, खैड़े पै गया जट। ते पंडित जी फिर असल विच थोड़े वो झक गए, क्योंकि वो ते अपने ढंग दे नाल सेवा करते ने, उन्हां दी अपना कोई मर्यादा है जिस तरह। पर वो भोला भाला जट बेचारा वो चक्कर च पै गए। डील डौल वाल वेख्या, जट दी डील डौल वेखी ते झक के थोड़ा जिहा फिर कहंदे हाँ ये लै लो पत्थर। ठाकुर कहंदे देण लगे ने ते धन्ना जी आखण लगे, कहंदे पंडित जी क्यों मैनू मखौल करदे हो? कहंदे इस ठाकुर दे नाल मेरा नहीं सरना। कहंदे मेरे खेती दे वेखो, मेरा काम कर वेखो, ये निक्के जे ठाकुर नाल मेरा की बनेगा? मैनू वड्डा ठाकुर लिया के दो, मेरा काम कर ते वेखो। वो कहंदे पंडित जी ने उन्हां नू घर लै गए ते घर एक वड्डी सारी सिला पई हुई सी, जिहदे उपर वो कपड़ा लत्ता धोण दा काम करदे सन। ओ पत्थर वड्डा सारा पत्थर लपेट के दे दिता धन्ने नूं, और ओदे बट्टे विच उन्हां कोलों एक लवेरी ले ले, गऊ ले ले। पत्थर एक लपेट कर दे धन्ने नूं गैल छड़ावे। गैल कहंदे ने पिछे नूं, लड़ नूं, पल्ले नूं खैड़ा छड़ा लिया कहंदे दे के। पत्थर एक लपेट कर दे धन्ने नूं गैल छुड़ावे। ठाकुर नूं नवाल के शाहे रोटी ले भोग चढ़ावे। मर्यादा समझा दी सारी पंडित जी ने। कहंदे धन्निया रोज अमृत वेले उठ के ठाकुरां दा पहले इशनान कराउणा, फिर कहंदी इस तरह इन्हां नूं आसन ते बिठाल के फिर इन्हां नूं भोग लवाउणा, रोज प्रसादा छकाउणा, पहले इन्हां नूं छकाउणा फिर आप छकणा। ਉਹ पंडित जी ਦਾ ਤੇ ਭੋਗ ਲਵਾਉਣ ਦਾ ਹੋਰ ਢੰਗ ਸੀ। ਉਹ ਤੇ ਉਹਨਾਂ ਦੇ ਬੁੱਲਾਂ ਦੇ ਨਾਲ ਲਾ ਕੇ ਮਗਰੋਂ ਵਰਤਾ ਲੈਂਦੇ ਸਨ, ਛਕ ਲੈਂਦੇ ਸਨ ਸਾਰੇ। ਪਰ ਜੱਟ ਵਿਚਾਰਾ ਤੇ ਚੱਕਰ 'ਚ ਪੈ ਗਿਆ ਉਸ ਵੇਲੇ। ਲੈ ਆਏ ਰੋਜ਼ ਵਾਹਿਗੁਰੂ ਘਰ ਲੈ ਆਏ ठाकुर जी ਨੂੰ, ਵੱਡਾ ਸਾਰਾ ਪੱਥਰ ਚੁੱਕੀ ਆਉਂਦੇ ਨੇ ਤੇ ਘਰ ਆ ਕੇ ਬੀਬੀਆਂ ਨੂੰ, ਇੱਕ ਭੈਣ ਸੀ ਇੱਕ ਮਾਂ ਸੀ ਵਿਧਵਾ, ਆਖਣ ਲੱਗੇ ਬੀਬੀਆਂ ਨੂੰ, ਕਹਿੰਦੇ ठाकुर जी ने इन्हों ने हुण साडे कोल ही रहना है ते तुसीं हुण बड़े प्रेम दे नाल कहंदे वड्डे तड़के मैनूं प्रसादा बना के देना है, मैं ठाकुर जी नूं भोग लवाउणा है। वो बीबियां बेचारियां वेखण भी सवेरे ते बड़ा सोहना गया सी, भी हुण की हो गया है, चक्कर की पिया, कोई समझ नहीं लग रही। रात बड़ी खिच दे विच कटी, रात सारी सुते नहीं। चाह है मन दे विच कि किसे वेले अमृत वेला होवे ते ठाकुर जी दे दर्शन करिए, ठाकुर जी नूं भोग लवाइए, उन्हां दे नाल गलबात करिए ते अपना फिर काम कर संभीए दोनों जने रल के। अमृत वेला हो गया, बड़े चाह दे नाल इशनान पान कराया ते प्रसादा भी बन के आ गया, साग बन के आ गया, रोटी मक्की दी आ गई, नाल लस्सी आ गई, शाह लिखी है भाई गुरदास जी ने, और थाल प्रसादे दा सज के आ गया ते मोरे बैठे हुए धन्ना जी कहंदे ने ठाकुर जी प्रसादा आ गया छको। पर साध संगत हुण पत्थर है, वो ते पत्थर दे विचों ते पत्थर भी वो सालग्राम किस्म दा नहीं, सादी किस्म दा पत्थर है। असल विच जिहड़े पंडित जी पूजा करते ने वो असल विच सालग्राम एक खास किस्म दा पत्थर हुंदा है, उसदी पूजा कीती जांदी है, आम पत्थरां दी नहीं। वो ते वो कहंदे ठाकुर जी प्रसादा छको, पर कौन बोले? वो ते पत्थर दे विचों कोई आवाज ना आई। कहंदे ठीक है, दो चार बार बेनतियां कीतियां, कहंदे मैं समझ गया। ਵੱਡੇ ਲੋਕ ਜਿਹੜੇ ਨੇ ਪਰਦੇ ਦੇ ਵਿੱਚ ਛਕਦੇ ਹੁੰਦੇ ਨੇ, ਉੱਠ ਕੇ ਦਰਵਾਜ਼ਾ ਬੰਦ ਕਰ ਦਿੱਤਾ, ਬਾਰੀ ਬੰਦ ਕਰ ਦਿੱਤੀ, ਕਹਿੰਦੇ ਹੁਣ ਛਕੋ, ਪਰ ਕੋਈ ਆਵਾਜ਼ ਨਾ ਆਈ। ਦਿਨ ਚੜ੍ਹ ਆਇਆ, ਆਵਾਜ਼ਾਂ ਮਾਰੀ ਜਾਂਦੇ ਨੇ, ਬੀਬੀਆਂ ਆਵਾਜ਼ਾਂ ਮਾਰ ਮਾਰ ਥੱਕ ਗਈਆਂ ਬਾਹਰੋਂ ਕਿ ਇਸ ਤਰ੍ਹਾਂ ਨਾ ਕਰੋ। ਉਹ ਕਹਿੰਦੇ ਤੁਸੀਂ ਆਪਣਾ ਕੰਮ ਕਰੋ, ਮੈਨੂੰ ਕਰ ਲੈਣ ਦਿਓ, ਮੈਂ ਅੱਗੇ ਪਛੜਿਆ ਹੋਇਆ ਹਾਂ ਤੇ ਮੈਂ ਠਾਕੁਰ ਜੀ ਨੂੰ ਅੱਜ ਨਾਲ ਲੈ ਕੇ ਜਾਣਾ ਹੈ ਖੇਤ ਨੂੰ। बड़ा जोर ला लिया पर पत्थर विचों कोई आवाज ना आई, और हार के साध संगत
ਭਾਈਚਾਰਾ ਇਕੱਠਾ ਕਰ ਲਿਆ, ਆਲੇ ਦੁਆਲੇ ਸਾਰੇ ਵਿਹੜੇ ਨੂੰ ਇਕੱਠਾ ਕਰ ਲਿਆ ਬੀਬੀਆਂ ਨੇ ਵੀ ਸਾਡੇ ਬੰਦੇ ਨੂੰ ਪਤਾ ਨਹੀਂ ਕੀ ਹੋ ਗਿਆ ਕੱਲ ਦਾ। ਸਾਰਿਆਂ ਨੇ ਆ ਕੇ ਆਵਾਜ਼ਾਂ ਮਾਰੀਆਂ, ਪਰ ਧੰਨਾ ਕਿਸੇ ਦੀ ਗੱਲ ਦਾ ਜਵਾਬ ਨਹੀਂ ਦਿੰਦਾ, ਕਿਸੇ ਦੇ ਨਾਲ ਬੋਲਦਾ ਨਹੀਂ, ਆਪਣੇ ਕੰਮ ਦੇ ਵਿੱਚ ਲੱਗਾ ਹੋਇਆ ਉਸੇ ਭਾਵਨਾ ਦੇ ਨਾਲ। ਕੋਈ ਗੱਲ ਬਣਦੀ ਨਾ ਵੇਖ ਕੇ ਫਿਰ ਕਹਿੰਦੇ ਉਹਨਾਂ ਨੂੰ ਪੁੱਛਿਆ ਵੀ ਗੱਲ ਕੀ ਹੋਈ ਸੀ। ਫਿਰ ਸਾਰਾ ਪਤਾ ਲੱਗਾ ਭਈ ਇੱਕ ਗਊ ਵੀ ਘੱਟ ਹੈ। ਪਤਾ ਲੱਗਿਆ ਕਿ ਤਰਲੋਚਨ ਜੀ ਦੇ ਕੋਲ ਗਊ ਹੈ, ਉੱਥੋਂ ਆਇਆ। ਉਹ ਵਿਹੜੇ ਦੇ ਜੱਟ ਇਕੱਠੇ ਹੋ ਕੇ ਤਰਲੋਚਨ ਜੀ ਨੂੰ ਲੈਣ ਚਲੇ ਗਏ। ਤਰਲੋਚਨ ਜੀ ਆ ਗਏ ਤੇ ਕਹਿੰਦੇ ਨੇ ਤਰਲੋਚਨ ਜੀ ਨੇ ਆ ਕੇ ਵਾਰੀ ਥਾਣੀ ਆਵਾਜ਼ ਮਾਰੀ ਧੰਨੇ ਨੂੰ। ਉਹ ਧੰਨਾ ਜਿਹੜਾ ਕਿਸੇ ਦੇ ਬੁਲਾਇਆ ਬੋਲ ਨਹੀਂ ਸੀ ਰਿਹਾ, ਬੜਾ ਚਿਰ ਹੋ ਗਿਆ, ਜ਼ੋਰ ਲਾ ਕੇ ਵੇਖ ਲਿਆ ਸਾਰਿਆਂ ਨੇ। ਤਰਲੋਚਨ ਜੀ ਨੇ ਇੱਕ ਆਵਾਜ਼ ਮਾਰੀ, ਕਹਿੰਦੇ ਪੰਡਤ ਜੀ ਨੇ, ਤੇ ਭਗਤ ਧੰਨਾ ਜੀ ਅੰਦਰੋਂ ਬੋਲ ਪਏ, ਕਿਉਂਕਿ ਉਹ ਆਪਣਾ ਗੁਰੂ ਮੰਨਦੇ ਨੇ ਤਰਲੋਚਨ ਨੂੰ। ਉਹ ਗੁਰੂ ਦੀ ਆਵਾਜ਼ ਸੀ, ਗੁਰੂ ਦੀ ਆਵਾਜ਼ ਦਾ ਜਵਾਬ ਦਿੱਤਾ। ਇੱਥੇ ਸਾਧ ਸੰਗਤ ਇੱਕ ਗੱਲ ਯਾਦ ਆਉਂਦੀ ਹਰ ਵਾਰ, ਜਿਹੜਾ ਸੱਪ ਹੈ ਬੜਾ ਜ਼ਹਿਰੀਲਾ ਜਾਨਵਰ ਹੈ, ਬੰਦੇ ਦਾ ਦੁਸ਼ਮਣ ਮੰਨਿਆ ਜਾਂਦਾ ਹੈ, ਬੰਦਾ ਉਹਦਾ ਦੁਸ਼ਮਣ ਬਣਿਆ ਹੈ। ਪਰ ਸ਼ਾਸਤਰ ਕਹਿੰਦੇ ਨੇ ਕਿ ਉਹ ਸੱਪ ਦੇ ਵਿੱਚ ਵੀ ਕੁਝ ਗੁਣ ਨੇ, ਬੜੇ ਕੰਮ ਦੇ ਕਹਿੰਦੇ ਗੁਣ ਨੇ। ਉਹ ਇੱਕ ਤੇ ਸੱਪ ਦੇ ਵਿੱਚ ਗੁਣ ਹੈ ਕਿ ਇਹਨੂੰ ਸ਼ਾਸਤਰਾਂ ਦੇ ਵਿੱਚ ਗ੍ਰੰਥਾਂ ਵਿੱਚ ਦੁਚਾਲਾ ਲਿਖਿਆ ਹੋਇਆ ਹੈ। ਦੋ ਚਾਲਾਂ ਚੱਲਣ ਵਾਲਾ, ਕਿਉਂਕਿ ਆਮ ਸੱਪ ਜਦੋਂ ਵੀ ਤੁਰਦਾ ਵੇਖਦੇ ਹਾਂ ਤੇ ਵਲ ਪਾ ਕੇ ਤੁਰਦਾ ਹੈ, ਇਸ ਤਰ੍ਹਾਂ ਘੁੰਮ ਘੁੰਮ ਕੇ। ਪਰ ਇਹ ਜ਼ਰੂਰੀ ਨਹੀਂ ਕਿ ਵਲ ਪਾ ਕੇ ਉਹਨੂੰ ਤੁਰਨਾ ਆਉਂਦਾ ਹੈ, ਸਿੱਧਾ ਵੀ ਤੁਰ ਲੈਂਦਾ ਹੈ। ਸਿੱਧਾ ਉਦੋਂ ਤੁਰਦਾ ਹੈ ਜਦੋਂ ਆਪਣੇ ਖੁੱਡ ਦੇ ਵਿੱਚ ਵੜਦਾ ਹੈ, ਉਦੋਂ ਕੋਈ ਵਲ ਨਹੀਂ ਪਾਉਂਦਾ, ਸਿੱਧਾ ਬਿਲਕੁਲ ਜਾਂਦਾ ਅੰਦਰ। 1000 ਫੁੱਟ ਦਾ ਪਾਈਪ ਹੋਵੇ ਬਰੀਕ ਜਿਹਾ, ਉਹਦੇ ਵਿੱਚ ਦੀ ਸੱਪ ਸਿੱਧਾ ਲੰਘ ਜਾਵੇਗਾ, ਉੱਥੇ ਵਲ ਨਹੀਂ ਪਾਉਂਦਾ। ਦੋ ਚਾਲਾਂ ਚੱਲਦਾ ਹੈ। ਬਾਬਾ ਨੰਦ ਸਿੰਘ ਜੀ ਕਹਿੰਦੇ ਹੁੰਦੇ ਸਨ, ਇਹ ਪ੍ਰਮਾਣ ਦਿੰਦੇ ਸਨ, ਕਹਿੰਦੇ ਆਪਣੇ ਕਹਿੰਦੇ ਖੁੱਡ ਦੇ ਵਿੱਚ ਵੜਨ ਲੱਗਾ ਤੇ ਸੱਪ ਵੀ ਵਲ ਕੱਢ ਲੈਂਦਾ ਹੈ। ਇੱਕ ਕਹਿੰਦੇ ਬੰਦਾ ਹੀ ਐਸਾ ਹੈ ਜਿਹਦੇ ਕਹਿੰਦੇ ਗੁਰੂ ਕੋਲ ਆ ਕੇ ਵੀ ਵਲ ਨਹੀਂ ਨਿਕਲਦੇ। ਸਾਡੇ ਕਹਿੰਦੇ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਵੀ ਵਲ ਨਹੀਂ ਨਿਕਲਦੇ, ਤੇ ਕਹਿੰਦੇ ਉੱਥੇ ਦੇ ਸੱਪ ਵੀ ਕੱਢ ਲੈਂਦਾ ਹੈ। ਜਿਹੜਾ ਹਲਕਿਆ ਰਹਿੰਦਾ ਸਾਰਾ ਦਿਨ, ਸਾਰੀ ਜ਼ਿੰਦਗੀ ਹਲਕਿਆ ਰਹਿੰਦਾ ਜਿਹੜਾ ਜਾਨਵਰ ਸੱਪ, ਕਹਿੰਦੇ ਉਹ ਵੀ ਵਲ ਕੱਢ ਲੈਂਦਾ ਆਪਣੇ ਘਰ ਆ ਕੇ। ਤੇ ਸਾਨੂੰ ਨਹੀਂ ਕਹਿੰਦੇ ਵਲ ਕੱਢਣੇ ਆਉਂਦੇ। ਉੱਥੇ ਰਹੋ ਵਿਚਾਰ। ਇੱਕ ਤੇ ਇਹ ਗੁਣ ਹੈ, ਦੂਸਰਾ ਸੱਪ ਦੇ ਮੂੰਹ ਦੇ ਵਿੱਚ ਇੱਕ ਛਾਲਾ ਬਣਦਾ ਜ਼ਹਿਰ ਦਾ, ਸਿਲਵਰ ਨਾਈਟ੍ਰੇਟ ਜ਼ਹਿਰ ਹੁੰਦੀ ਹੈ, ਬੜੀ ਤੇਜ਼ ਹੈ ਜ਼ਹਿਰ ਉਹ ਜਿਹੜੀ ਬਣਦੀ ਸੱਪ ਦੇ ਮੂੰਹ ਵਿੱਚ। ਕਿਉਂਕਿ ਇੱਕ ਗੱਲ ਹੋਰ ਸ਼ਾਸਤਰਾਂ ਵਿੱਚ ਲਿਖੀ ਹੈ ਕਿ ਨਾਗਾਂ ਦਾ ਆਹਾਰ ਬਿਆਰ, ਬਿਆਰ ਕਹਿੰਦੇ ਨੇ ਮਿੱਟੀ ਨੂੰ। ਸੱਪ ਮਿੱਟੀ ਖਾ ਕੇ ਵੀ ਗੁਜ਼ਾਰਾ ਕਰ ਲੈਂਦਾ, ਕਿਉਂਕਿ ਲਗਾਤਾਰ ਸਾਰਾ ਸਿਆਲ 6-6 ਮਹੀਨੇ ਧਰਤੀ ਵਿੱਚ ਹੀ ਰਹਿੰਦਾ ਹੈ। ਉੱਥੇ ਕੀ ਖਾਂਦਾ ਹੈ? ਮਿੱਟੀ ਖਾ ਲੈਂਦਾ ਜੀ, ਮਿੱਟੀ। ਭੁੱਖ ਲੱਗੇ ਸੱਪ ਮਿੱਟੀ ਖਾ ਕੇ ਵੀ ਗੁਜ਼ਾਰਾ ਕਰ ਲੈਂਦਾ। ਜੇ ਪਾਣੀ ਦੀ ਪਿਆਸ ਲੱਗੇ, ਉਹ ਜਿਹੜਾ ਛਾਲਾ ਬਣਦਾ ਜ਼ਹਿਰ ਦਾ ਤਾਲੂ ਦੇ ਵਿੱਚ, ਉਹ ਜਦੋਂ ਮੂੰਹ ਅੱਡਦਾ ਸੱਪ, ਤੁਸੀਂ ਵੇਖਦੇ ਹੋ ਮੂੰਹ ਅੱਡ ਇਸ ਤਰ੍ਹਾਂ ਕਰਦਾ ਕਈ ਵਾਰ। ਉਹ ਜਦੋਂ ਮੂੰਹ ਅੱਡਦਾ ਹੈ, ਉਹ ਸਿਲਵਰ ਨਾਈਟ੍ਰੇਟ ਨੂੰ ਜਦੋਂ ਬਾਹਰਲੀ ਹਵਾ ਲੱਗਦੀ ਹੈ ਤੇ ਉਹ ਪਾਣੀ ਬਣ ਜਾਂਦਾ ਛਾਲਾ। ਪਾਣੀ ਦੀ ਪਿਆਸ ਸੱਪ ਦੀ ਇਸ ਤਰ੍ਹਾਂ ਬੁਝਦੀ ਹੈ। ਤੇ ਮੂੰਹ ਅੱਡਿਆ, ਉਹ ਛਾਲੇ ਦੇ ਨਾਲ ਹਵਾ ਟੱਚ ਕੀਤੀ ਬਾਹਰਲੀ ਜ਼ਹਿਰ ਦੀ, ਤੇ ਉਹ ਪਾਣੀ ਬਣ ਕੇ ਅੰਦਰ ਚਲਾ ਗਿਆ। ਉਹਦਾ ਪਾਣੀ ਦਾ ਮਸਲਾ ਹੱਲ ਹੋ ਜਾਂਦਾ। ਕਿਉਂਕਿ ਜੇ ਪਾਣੀ ਪੀਣਾ ਚਾਹੇ ਬਾਹਰ ਆ ਕੇ, ਤੇ ਅਸੀਂ ਪੀਣ ਵੀ ਕਿੱਥੋਂ ਦੇਣਾ ਹੈ ਉਸ ਨੂੰ? ਵੇਖਦਿਆਂ ਸਾਰ ਤੇ ਮਾਰ ਲਓ ਫੜ ਲਓ ਹੋ ਜਾਂਦੀ ਹੈ ਆਮ ਸੱਪ ਨੂੰ। ਤੇ ਸਾਧ ਸੰਗਤ ਬੜਾ ਗੁੱਗੇ ਦੀ ਪੂਜਾ ਕਰਦੇ ਨੇ ਜਾਂ ਬਰਮੀ ਦੀ ਸੱਪ ਦੀ ਪੂਜਾ ਕਰਦੇ ਨੇ। ਉਹ ਵੇਖੋ ਕੈਸਾ ਟਕਮੰਜ ਹੈ। ਘਰ ਵਿੱਚ ਬਜ਼ੁਰਗ ਬੇਸ਼ੱਕ ਵਿਚਾਰਾ ਦੁੱਧ ਪੀਣ ਨੂੰ, ਸੇਵੀਆਂ ਖਾਣ ਨੂੰ ਵਿਲਕਦਾ ਰਵੇ, ਜਿਹਨੇ ਖੂਨ ਪਸੀਨਾ ਇੱਕ ਕਰਕੇ ਸਾਰਾ ਘਰ ਕਾਇਮ ਕੀਤਾ, ਪਾਲਿਆ ਸਾਰੇ ਟੱਬਰ ਨੂੰ, ਉਹਨੂੰ ਨਹੀਂ ਦੁੱਧ ਦਾ ਘੁੱਟ ਦੇ ਸਕਦੇ। ਉਹਨੂੰ ਕੱਚੀ ਲੱਸੀ ਦੇਣ ਨੂੰ ਵੀ ਪਤਲੀ ਜਿਹੀ ਦਿੱਤੀ ਜਾਂਦੀ ਹੈ। ਤੇ ਸੱਪ ਹੁਣ ਵਾਲੇ ਕਹਿੰਦੇ ਛੰਨਾ ਭਰ ਕੇ, ਕੌਲਾ ਭਰ ਕੇ ਦੁੱਧ ਦਾ ਲੈ ਜਾਂਦੀਆਂ ਨੇ ਬੀਬੀਆਂ, ਸੇਵੀਆਂ ਬਣਾ ਕੇ ਲੈ ਜਾਂਦੀਆਂ ਨੇ। ਫਿਰ ਹੋਰ ਦੇਖੋ, ਕਹਿੰਦੇ ਨੇ ਬਜ਼ੁਰਗ, ਕਹਿੰਦੇ ਨੇ ਬਾਬਾ ਜੀ ਬੜੇ ਪਿਆਰ ਨਾਲ ਸੁਣਾਉਂਦੇ ਹੁੰਦੇ ਸੰਤ, ਕਹਿੰਦੇ ਖੁੱਡ ਦੇ ਵਿੱਚ ਜਿੰਨੀ ਚਿਰ ਵੜਿਆ ਹੈ, ਉਨੀ ਦੇਰ ਉਹਨੂੰ ਕਹਿੰਦੇ ਨੇ ਬਾਬਾ। ਬਾਬਾ ਜੀ ਕਰਕੇ
ਭੋਗ ਲਵਾਉਣ ਜਾਂਦੇ ਨੇ, ਜਿੰਨੀ ਦੇਰ ਉਹ ਖੁੱਡ ਵਿੱਚ ਵੜਿਆ ਹੈ ਉਨੀ ਦੇਰ ਬਾਬਾ ਹੈ, ਪਰ ਜੇ ਕਿਤੇ ਬਾਹਰ ਨਿਕਲ ਆਵੇ ਉਸਲੇ ਦਿਲਵਰ ਸਾਹਿਬ ਵੀ ਸੁਣਾਉਂਦੇ ਹੁੰਦੇ, ਕਹਿੰਦੇ ਫਿਰ ਰੌਲਾ ਪੈ ਜਾਂਦਾ, ਮਾਰ ਲਓ ਫੜ ਲਓ, ਮੋਹਣ ਸਿਆਂ ਫੋੜਾ ਲਿਆ ਓਏ ਡੰਡਾ, ਜਿਲੇ ਬਾਬਾ ਜੀ ਬਾਹਰ ਆ ਗਏ। ਇਹ ਚੰਗਾ ਗੁਰੂ ਹੈ, ਪਹਿਲੇ ਗੁਰੂ ਦੇ ਦਰਸ਼ਨਾਂ ਨੂੰ ਤਰਸ ਰਹੇ ਨੇ, ਬਾਬਾ ਜੀ ਦੁੱਧ ਪੀਓ, ਜਿਲੇ ਬਾਹਰ ਆ ਗਏ ਵਿਚਾਰੇ ਤੇ ਫਿਰ ਪਤਾ ਕੀ ਹੁੰਦਾ, ਫਿਰ ਡਾਂਗ ਲੈ ਕੇ ਜੋ ਹੱਥ ਆਇਆ ਸਾਰੇ ਦੁਆਲੇ ਹੋ ਜਾਂਦੇ ਨੇ, ਉਹਦੇ ਸਿਰ ਵਿੱਚ ਮਾਰ ਕੇ ਉਹਨੂੰ ਪੁੱਠਾ ਕਰ ਦਿੰਦੇ ਨੇ, ਧੌਣ ਤੇ ਮਾਰ ਕੇ, ਫਿਰ ਹੋਰ ਪਿੱਛੋਂ ਆਵਾਜ਼ਾਂ ਆਉਂਦੀਆਂ ਬੀਬੀਆਂ ਦੀਆਂ, ਕਹਿੰਦੀਆਂ ਹੋਰ ਮਾਰ ਹਜੇ ਹਿੱਲਦਾ, ਫਿਰ ਕਹਿਣਗੀਆਂ ਹਜੇ ਪੁੱਠਾ ਨਹੀਂ ਹੋਇਆ। ਇਹ ਸਾਧ ਸੰਗਤ ਕੈਸੀ ਪੂਜਾ ਹੈ, ਇਸ ਤਰ੍ਹਾਂ ਦੀ ਪੂਜਾ ਦੇ ਉੱਤੇ ਸਾਨੂੰ ਉਠਾਇਆ ਗੁਰੂ ਸਾਹਿਬ ਨੇ, ਵੀ ਇੱਕ ਪਾਸੇ ਉਹਨੂੰ ਆਪਣਾ ਮਾਲਕ ਮੰਨ ਕੇ ਉਹਦੀ ਪੂਜਾ ਕਰ ਰਹੇ ਹੋ, ਇੱਕ ਪਾਸੇ ਉਹਦੀ ਡਾਂਗ ਦੇ ਨਾਲ ਸੇਵਾ ਕਰ ਰਹੇ ਹੋ, ਉਹਨੂੰ ਵੀ ਕਹਿੰਦੇ ਹਿੱਲਦਾ ਵੀ ਆ, ਹੁਣ ਮਾਰ ਕੇ ਹਟ, ਚੰਗੀ ਤਰ੍ਹਾਂ ਪੁੱਠਾ ਕਰਕੇ ਹਟਦੇ ਹੋ। ਇੱਕ ਤੀਸਰਾ ਗੁਣ ਹੈ ਸੱਪ ਦੇ ਵਿੱਚ, ਉਹ ਗੁਣ ਇਹ ਹੈ ਕਿ ਖੁੱਡ ਦੇ ਵਿੱਚ ਵੜਿਆ ਹੋਇਆ ਹੋਵੇ, ਬਾਹਰ ਨਹੀਂ ਨਿਕਲਦਾ, ਜਿਹੜੇ ਡਾਂਗਾ ਲੈ ਕੇ ਦਿਵਾਲੇ ਹੋਏ ਹੋਵੇ ਬਾਹਰ ਨਹੀਂ ਨਿਕਲਦਾ, ਰੌਲਾ ਸੁਣ ਕੇ ਉਹ ਧਮਕ ਦੇ ਨਾਲ ਹੀ ਉਹਦਾ ਸਾਰਾ ਕੰਮ ਚੱਲਦਾ। ਪਰ ਕਹਿੰਦੇ ਬੀਨ ਜਦੋਂ ਵੱਜਦੀ ਹੈ, ਉਹ ਬੀਨ ਦੀ ਧਮਕ ਦੇ ਨਾਲ, ਧਮਕ ਬੀਨ ਦੀ ਦੇ ਨਾਲ ਮਸਤ ਹੋ ਜਾਂਦਾ। ਉਹ ਸ਼ਾਸਤਰ ਕਹਿੰਦੇ ਨੇ ਵੀ ਬੀਨ ਦੀ ਆਵਾਜ਼ ਉਹਦੇ ਗੁਰੂ ਦੀ ਆਵਾਜ਼ ਨਾਲ ਮਿਲਦੀ ਹੈ, ਅਸਲ ਵਿੱਚ ਨਾਗ ਦੇ ਗੁਰੂ ਦੀ। ਉਹ ਨਾ ਆਪਣੇ ਗੁਰੂ ਦਾ ਨਾਦ ਜਦੋਂ ਉਹਦੇ ਅੰਦਰ ਜਾਂਦਾ ਹੈ ਧਮਕ ਦੇ ਜਰੀਏ, ਉਦੋਂ ਕਹਿੰਦੇ ਉੱਤੇ ਮਸਤ ਹੋ ਕੇ ਬਾਹਰ ਆ ਜਾਂਦਾ। ਤੇ ਇਸ ਤਰ੍ਹਾਂ ਧੰਨੇ ਦੇ ਕੰਨਾਂ ਵਿੱਚ ਜਦੋਂ ਗੁਰੂ ਦੀ ਆਵਾਜ਼ ਆਈ ਤਰਲੋਚਨ ਦੀ, ਇੱਕਦਮ ਬਾਰੀ ਖੋਲ ਦਿੱਤੀ ਤੇ ਤਰਲੋਚਨ ਸਮਝਾ ਰਿਹਾ ਹੈ, ਆਖਣ ਲੱਗਾ, ਕਹਿੰਦਾ ਧੰਨਿਆ ਇਹ ਪੱਥਰ ਨਹੀਂ ਸੁਣਤਾ ਫਰਿਆਦ ਕਿਸੇ ਕੀ, ਐਵੇਂ ਮੱਥਾ ਨਾ ਮਾਰ ਪੱਥਰ ਦੇ ਨਾਲ, ਇਹ ਕਿਸੇ ਦੀ ਗੱਲਬਾਤ ਨਹੀਂ ਸੁਣਦਾ, ਤੇ ਮੇਰੇ ਵਾਂਗੂ ਭੋਗ ਲਵਾ ਕੇ ਬਾਹਰ ਆ ਜਾ। ਹੁਣ ਵੇਖੋ ਸਾਧ ਸੰਗਤ, ਹੁਣ ਤੱਕ ਤਰਲੋਚਨ ਧੰਨੇ ਦਾ ਗੁਰੂ ਹੈ, ਪਰ ਹੁਣ ਇੱਕ ਕਦਮ ਹੋਰ ਪੁੱਟਣਾ ਧੰਨੇ ਨੇ, ਤਰਲੋਚਨ ਪਿੱਛੇ ਰਹਿ ਜਾਣਾ ਭਾਵਨਾ ਦੇ ਵਿੱਚ, ਤੇ ਧੰਨਾ ਅੱਗੇ ਜਾ ਕੇ ਪ੍ਰਵਾਨ ਹੋ ਜਾਣਾ ਰੱਬ ਦੇ ਘਰ। ਹੁਣ ਤੱਕ ਗੁਰੂ ਹੈ, ਸਤਿਕਾਰ ਕਰਦਾ ਰਿਹਾ ਧੰਨਾ, ਧੰਨੇ ਨੇ ਜਦੋਂ ਕੰਨਾਂ ਵਿੱਚ ਆਵਾਜ਼ ਪਈ, ਕਹਿੰਦਾ ਹੱਦ ਹੋ ਗਈ, ਕੱਲ ਮੈਨੂੰ ਕਹਿੰਦਾ ਸੀ ਇਹ ਪੱਥਰੇ ਠਾਕੁਰ ਸਭ ਕੁਝ ਕਰ ਰਿਹਾ ਹੈ, ਤੇ ਅੱਜ ਆਪਣੀ ਸ਼ਰਧਾ ਟੁੱਟੀ ਪਈ ਹੈ, ਅੱਜ ਆਖ ਰਿਹਾ ਕਿ ਪੱਥਰ ਹੈ। ਕਹਿੰਦਾ ਪੱਥਰ ਨਹੀਂ ਸੁਣਤਾ ਫਰਿਆਦ ਕਿਸੇ ਕੀ, ਧੰਨਾ ਸਮਝ ਗਿਆ। ਕਹਿੰਦਾ ਧੰਨਾ ਅੱਗਿਓਂ ਜਵਾਬ ਦਿੱਤਾ, ਕਹਿੰਦਾ ਮਗਰ ਮਿਹਨਤ ਨਹੀਂ ਜਾਤੀ ਬਰਬਾਦ ਕਿਸੇ ਕੀ, ਕਹਿ ਕੇ ਤੇ ਬਾਰੀ ਬੰਦ ਕਰ ਦਿੱਤੀ। ਬਸ ਇੱਕੋ ਹੀ ਡੋਰੀ ਸੀ ਤਰਲੋਚਨ ਦੇ ਨਾਲ ਜੁੜੀ ਹੋਈ, ਉਹ ਵੀ ਤੋੜ ਦਿੱਤੀ ਧੰਨੇ ਨੇ। ਜਿੰਨੀ ਦੇਰ ਸਾਧ ਸੰਗਤ ਤੇ ਦੁਨੀਆ ਦੇ ਨਾਲ ਲੱਗੀਆਂ ਹੋਈਆਂ ਡੋਰੀਆਂ ਨਹੀਂ ਟੁੱਟਦੀਆਂ, ਉਨੀ ਦੇਰ ਅਕਾਲ ਪੁਰਖ ਦੇ ਨਾਲ ਸੱਚਾ ਪਿਆਰ ਨਹੀਂ ਪੈ ਸਕਦਾ। ਜਿੰਨੀ ਦੇਰ ਆਸਾਂ ਦੁਨੀਆ ਤੇ ਨੇ, ਉਨੀ ਦੇਰ ਉਹਦੇ ਮਾਲਕ ਦੇ ਨਾਲ ਨਹੀਂ ਗੰਢ ਪੈਣੀ। ਉਹ ਇੱਕੋ ਹੀ ਆਸ ਸੀ ਤਰਲੋਚਨ ਦੀ, ਉਹ ਵੀ ਟੁੱਟ ਗਈ ਉਸਲੇ, ਬਾਰੀ ਬੰਦ ਹੋ ਗਈ। ਹੁਣ ਕੱਲਾ ਹੀ ਰਹਿ ਗਿਆ, ਕੱਲਾ ਹੀ ਧੰਨਾ ਤੇ ਕੱਲਾ ਹੀ ਰੱਬ। ਸਿੱਧੀਆਂ ਗੱਲਾਂ ਕਰਨ ਲੱਗ ਪਿਆ, ਕਹਿੰਦਾ ਕੋਈ ਨੇ ਮੇਰਾ ਆਸਰਾ, ਹੁਣ ਬਾਹਰ ਆ ਜਾਓ ਜੀ ਮਹਾਰਾਜ, ਬਾਹਰ ਆਓ। ਦਿਨ ਲੰਘ ਗਿਆ, ਅਗਲਾ ਦਿਨ ਲੰਘ ਗਿਆ, ਸਵੇਰ ਪੈਂਦੀ ਹੈ, ਪ੍ਰਸ਼ਾਦਾ ਆ ਜਾਂਦਾ ਹੈ, ਵਿਆਹ ਹੋ ਜਾਂਦਾ ਹੈ, ਥਾਲੀ ਬਦਲ ਜਾਂਦੀ ਹੈ, ਸ਼ਾਮ ਪੈ ਜਾਂਦੀ ਹੈ, ਥਾਲੀ ਬਦਲ ਜਾਂਦੀ ਹੈ, ਪਰ ਪੱਥਰ ਦੇ ਵਿੱਚੋਂ ਕੁਝ ਨਹੀਂ ਨਿਕਲਿਆ ਤੇ ਧੰਨਾ ਬੜਾ ਵਿਆਕਲ ਹੋ ਗਿਆ। ਇੱਕ ਦਿਨ ਫਿਰ ਸਾਧ ਸੰਗਤ ਆਖਰ ਭਗਤੀ ਪ੍ਰਵਾਨ ਹੋ ਗਈ। ਬਾਬਾ ਨਾਨਕ ਸਿੰਘ ਜੀ ਨੇ ਵੀ ਜਦੋਂ ਬਾਬਾ ਜਵੰਤ ਸਿੰਘ ਜੀ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦਰਸ਼ਨ ਕੀਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੇ ਵਿੱਚੋਂ 7 ਦਿਨ ਲੱਗੇ ਸਨ ਲਗਾਤਾਰ। 7ਵੇਂ ਦਿਨ ਜਾ ਕੇ ਦਰਸ਼ਨ ਹੋਏ ਮਹਾਰਾਜ ਜੀ ਦੇ। ਉਹ ਕਹਿੰਦੇ ਪੱਥਰ ਦੇ ਵਿੱਚੋਂ ਪਹਿਲਾਂ ਹੱਥ ਨਿਕਲੇ, ਕੱਲੇ ਹੱਥ ਨਿਕਲੇ ਕਿ ਪ੍ਰਸ਼ਾਦਾ ਲੈ ਲਈਏ। ਧੰਨੇ ਨੂੰ ਪਰਖਣਾ ਸੀ ਉਹਨਾਂ ਨੇ ਵੀ ਕੱਲਾ ਪ੍ਰਸ਼ਾਦਾ ਹੀ ਛਕਾਉਣਾ ਚਾਹੁੰਦਾ ਕਿ ਸੱਚਮੁੱਚ ਮਿਲਣਾ ਵੀ ਚਾਹੁੰਦਾ ਹੈ, ਕਿਉਂਕਿ ਸਾਧ ਸੰਗਤ ਇੱਕ ਦਰਸ਼ਨ ਕਰਨੇ ਹੋਰ ਚੀਜ਼ ਹੈ, ਇੱਕ ਅੰਦਰੋਂ ਜਿਹੜਾ ਮੇਲ ਹੋ ਜਾਣਾ ਹੋਰ ਚੀਜ਼ ਹੈ। ਦਰਸ਼ਨ ਕੋ ਲੋਚੇ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਸਤਿਗੁਰੂ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਜਿੱਥੇ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਕੱਲਾ ਦੇਖਣ ਨਾਲ, ਕੱਲੇ ਦਰਸ਼ਨਾਂ ਦੇ ਨਾਲ ਨਹੀਂ, ਮਿਲੇ ਜੇ ਮਿਲਿਆ ਨਾ ਮਿਲੇ, ਮਿਲੇ ਜੇ ਮਿਲਿਆ ਹੋਏ, ਅੰਤਰਾਤਮੇ ਜੋ ਮਿਲੇ ਮਿਲਿਆ ਕਹੀਏ ਸੋਏ। ਉਹ ਮੇਲ ਧੰਨੇ ਨੇ ਕਰਨਾ ਸੀ, ਹੱਥਾਂ ਦੇ ਨਾਲ ਥੋੜੀ ਸਰਨਾ ਸੀ। ਉਹ ਕੱਲਾ ਲੰਗਰ ਹੀ ਛਕਾਉਣ ਦਾ ਥੋੜਾ ਇੱਛਾਵਾਨ ਸੀ। ਹੱਥ ਨਿਕਲੇ ਬਾਹਰ ਤੇ ਰੱਸਾ ਪਾ ਕੇ ਬੰਨ ਲੈ, ਕਹਿੰਦੇ ਹੱਥ। ਇਹ ਜਿਹੜਾ ਜੱਟ ਦਾ ਦਿਮਾਗ ਹੈ ਨਾ, ਇਹਦੀ ਬਾਬਤ ਵੀ ਇੱਕ ਕਹਾਵਤ ਹੈ ਬੜੀ ਮਸ਼ਹੂਰ, ਵੀ ਕਹਿੰਦੇ ਜੇ ਤੇ ਜੱਟ ਦਾ ਦਿਮਾਗ ਰਵੇ ਬੰਦ, ਫੇਰ ਤਾਂ ਆਪਣੇ ਝੱਗਾ ਨਹੀਂ ਲੱਭਦਾ ਇਸ ਨੂੰ, ਭਾਵੇਂ ਮੋਢੇ ਤੇ ਟੰਗਿਆ ਹੋਵੇ। ਉਹਦੇ ਬਦਲੇ ਮੋਟਰ ਦੀ ਚਾਬੀ ਬਦਲੇ ਰੌਲਾ ਪੈ ਜਾਂਦਾ।
ਚੁੱਕ ਚੁੱਕ ਕੇ ਨਿਆਣਿਆਂ ਨੂੰ ਪਾਸੇ ਕਰ ਕਰ ਵੇਖਦਾ, ਉਹ ਤੇਰੇ ਥੱਲੇ ਤਾਂ ਨਹੀਂ, ਤੇਰੇ ਥੱਲੇ ਤਾਂ ਨਹੀਂ, ਭਾਵੇਂ ਛੱਲਾ ਉਹਦਾ ਚੀਚੀ ਵਿੱਚ ਉਡਾਇਆ ਹੋਇਆ ਹੋਵੇ, ਜੇ ਬੰਦ ਰਵੇ ਦਿਮਾਗ। ਇੱਕ ਧੂਤਾਂ ਦਾ ਜ਼ਿਕਰ ਹੈ ਜੀ, ਮੈਨੂੰ ਸੁਣਾਇਆ ਬਜ਼ੁਰਗਾਂ ਨੇ। ਉਹ ਇੱਕ ਬਜ਼ੁਰਗ ਆਪਣੇ ਪੋਤੇ ਨੂੰ ਨਿੱਕੇ ਜੇ ਨੂੰ ਲੱਭਣ ਚਲਾ ਗਿਆ, ਪੋਤਾ ਸੀ, ਉਹ ਲੱਭਣ ਚਲਾ ਗਿਆ, ਸਾਰਾ ਦਿਨ ਲੱਭਦਾ ਰਿਹਾ, ਸਾਰਿਆਂ ਦੀਆਂ ਹਵੇਲੀਆਂ ਘਰਾਂ 'ਚ ਜਾ ਕੇ ਦੇਖਿਆ ਵੀ ਸਾਡਾ ਛੋਟਾ ਤਾਂ ਨਹੀਂ ਆਇਆ, ਛੋਟਾ ਤਾਂ ਨਹੀਂ ਇੱਥੇ ਆਇਆ। ਲੱਭਦਾ ਰਿਹਾ ਤੇ ਕਹਿੰਦੇ ਸ਼ਾਹ ਵੇਲੇ ਦਾ ਗਿਆ ਹੋਇਆ ਤੇ ਲੌਡਾ ਵੇਲਾ ਆ ਗਿਆ। ਸਾਰਾ ਪਿੰਡ ਫੋਲ ਮਾਰਿਆ, ਉਹ ਨਹੀਂ ਲੱਭਾ। ਤੇ ਜਦੋਂ ਘਰ ਅੰਦਰ ਵੜਨ ਲੱਗਾ ਨਾ, ਤੇ ਉਹ ਸਰਦਲ ਦੇ ਵਿੱਚ ਜਦੋਂ ਦਰਵਾਜ਼ੇ 'ਚ ਲੰਘਣ ਲੱਗਾ, ਉਹ ਪੋਤੇ ਦਾ ਉਹ ਮੋਢਿਆਂ ਤੇ ਚੁੱਕਿਆ ਸੀ, ਉਹ ਸਿਰ ਵੱਜਾ ਉਹਦਾ ਉੱਪਰ ਕੰਨ ਦੇ ਨਾਲ, ਤੇ ਉਹਨੇ ਚੀਕ ਮਾਰੀ, ਉਹ ਕਹਿੰਦਾ ਤੂੰ ਉੱਥੇ ਆ? ਮੈਂ ਕਹਿੰਦਾ ਸਾਰਾ ਪਿੰਡ ਛਾਣ ਮਾਰਿਆ ਤੈਨੂੰ ਲੱਭਦੇ ਨੂੰ। ਇਸ ਤਰ੍ਹਾਂ ਇਹ ਕਹਿੰਦੇ ਜੇ ਬੰਦ ਰਵੇ ਨਾ ਦਿਮਾਗ ਜੱਟ ਦਾ ਸੱਚਮੁੱਚ, ਤੇ ਉਹ ਨਿੱਕੀ ਜਿਹੀ ਗੱਲ ਬਦਲੀ ਝਗੜਾ ਪੈ ਜਾਂਦਾ। ਆਪਣੇ ਝੱਗੇ ਤੋਂ ਮੋਟਰ ਦੀ ਚਾਬੀ ਨਹੀਂ ਲੱਭਦੀ, 5 ਰੁਪਏ ਦੀ ਨਿਆਣਿਆਂ ਨੂੰ ਠਾਲ ਠਾਲ ਥੱਲੇ ਦੇਖਦਾ ਕਿਤੇ ਨਹੀਂ ਲੱਭਦੇ, ਤੇ ਜੇ ਖੁੱਲ ਜਾਵੇ ਫੇ ਖੁੱਲਿਆ, ਫੇ ਕਹਿੰਦੇ ਭਾਖੜੇ ਦਾ ਬੰਨ ਨਹੀਂ ਹੁੰਦਾ ਹੈ, ਉਹ ਵੱਜਦਾ ਵੀ ਨਹੀਂ ਫੇ ਮੁੜ ਕੇ। ਉਹ ਬੰਨ ਟੁੱਟ ਗਿਆ ਜੀ, ਧੰਨੇ ਦਾ ਹੱਥ ਬਾਹਰ ਨਿਕਲੇ, ਰੱਸਾ ਪਾ ਕੇ ਬੰਨ ਲੈ। ਕਹਿੰਦਾ ਇਸ ਤਰ੍ਹਾਂ ਨਹੀਂ ਗੱਲ ਬਣਨੀ, ਮੈਂ ਕੇਵਲ ਕਹਿੰਦਾ ਪ੍ਰਸ਼ਾਦੇ ਛਕਾਉਣ ਲਈ ਕਹਿੰਦਾ ਇੰਨੀ ਮਿਹਨਤ ਨਹੀਂ ਕਰ ਰਿਹਾ, ਪਛੜ ਮੈਂ ਅੱਗੇ ਗਿਆ ਹਾਂ, ਪਹਿਲਾਂ ਹੀ ਮੇਰੇ ਤੋਂ ਕੰਮ ਨਹੀਂ ਸੂਤ ਹੋ ਰਿਹਾ ਸੀ ਕੱਲੇ ਜਾਣ ਤੋਂ, ਤੇ ਹੁਣ ਕਹਿੰਦੇ ਹਫਤਾ ਹੋਰ ਮੈਂ ਪਛੜ ਗਿਆ, ਬਾਹਰ ਆਓ ਤੇ ਦਰਸ਼ਨ ਦਿਓ, ਪ੍ਰਸ਼ਾਦਾ ਛਕੋ ਤੇ ਕੰਮ ਤੇ ਚੱਲੀਏ। ਉਹ ਕੰਮ ਕਰਕੇ ਦਿਖਾ ਲਓ ਜਿਹੜੇ ਪੰਡਤ ਜੀ ਨੇ ਕਹੇ ਨੇ ਵੀ ਤੁਸੀਂ ਕਰ ਲੈਂਦੇ ਹੋ, ਬਾਹਰ ਆਓ। ਤੇ ਸੱਚਮੁੱਚ ਫਿਰ ਕਹਿੰਦੇ ਹੱਥ ਜੋੜ ਮਿੰਨਤ ਕਰੇ, ਪੈਰੀ ਪੈ ਪੈ ਬਹੁਤ ਮਨਾਵੇ, ਓ ਵੀ ਮੂੰਹ ਨਾ ਜੁਠਾਲ ਸਾਂ, ਤੂੰ ਰੁੱਠਾ ਮੈਂ ਕਿਹੋ ਨਾ ਸੁਖਾਵੇ। ਫਿਰ ਹੋ ਗਈ ਕਿਰਪਾ, ਕੀ ਹੋਇਆ? ਉਹ ਸਾਈਂ ਪਰ ਤਖਤ ਹੋਏ, ਰੋਟੀ ਖਾਏ ਸ਼ਾਏ ਮੂੰਹ ਲਾਵੇ। ਗੁਸਾਈ ਪ੍ਰਤੱਖ ਹੋਏ। ਅੱਜ ਕੱਲ ਸਾਧ ਸੰਗਤ ਇੱਕ ਬੜਾ ਬਿਮਾਰੀ ਏਡੀ ਵੱਡੀ ਪੈ ਗਈ ਕਿ ਜਿਹੜੀ ਸ਼ਰਧਾ ਭਾਵਨਾ ਨੂੰ ਬਿਲਕੁਲ ਤੋੜਿਆ ਜਾ ਰਿਹਾ। ਟੀਵੀ ਚੈਨਲਾਂ ਤੇ ਕਥਾ ਆਉਂਦੀ ਹੈ, ਕਿਤੇ ਸਮਾਗਮਾਂ ਦੇ ਵਿੱਚ ਕਿਸੇ ਅੱਜ ਕੱਲ ਦੇ ਗਿਆਨੀ ਨੂੰ ਸੁਣ ਲਓ, ਉਹ ਗੱਲਾਂ ਕਰਦੇ ਨੇ ਵੀ ਬਸ ਸ਼ਰਧਾ ਟੁੱਟ ਜਾਵੇ, ਕਿਸੇ ਦੀ ਬਣ ਨਾ ਜਾਵੇ। ਜਿੰਨੇ ਵੀ ਕੌਤਕ ਕੀਤੇ ਮਹਾਰਾਜ ਨੇ, ਵੱਡੇ ਵੱਡੇ ਕੌਤਕ ਕੀਤੇ, ਬੇਸ਼ੱਕ ਕਰਾਮਾਤ ਹਜ਼ੂਰ ਕੋਈ ਤਰਜੀਹ ਨਹੀਂ ਦਿੰਦੇ ਕਰਾਮਾਤ ਨੂੰ, ਪਰ ਬਾਬਾ ਜੀ ਸੋਲਪੁਰੇ ਵਾਲੇ ਬਾਬਾ ਜੀ, ਬਾਬਾ ਪ੍ਰੀਤਮ ਸਿੰਘ ਜੋਗੀ ਜੀ ਮਹਾਰਾਜ ਕਹਿੰਦੇ ਹੁੰਦੇ ਸਨ, ਕਹਿੰਦੇ ਕਰਾਮਾਤ ਤੋਂ ਬਿਨਾਂ ਮੰਨਦਾ ਵੀ ਕੌਣ ਹੈ ਇੱਥੇ? ਉਹ ਜਿਹੜੇ ਮੱਕੇ ਦੇ ਮਜੌਰ ਸਨ, ਜਿਹੜੇ ਕਾਬੇ ਦੇ, ਉਹ ਕਿਤੇ ਮੰਨਣ ਵਾਲੇ ਸਨ। ਉਹ ਤੇ ਸਾਧ ਸੰਗਤ ਪਹਿਲੇ ਤੇ ਉਹ ਇਹ ਸਮਝਦੇ ਨੇ ਵੀ ਇਸਲਾਮ ਨਾਲ ਦਾ ਧਰਮ ਹੀ ਨਹੀਂ ਕੋਈ ਦੁਨੀਆ ਤੇ, ਰੱਬ ਨੇ ਬਣਾਇਆ ਇੱਕੋ ਧਰਮ ਹੈ, ਮੋਮਨ ਨੇ, ਬਾਕੀ ਸਾਰੇ ਹੀ ਕਾਫਰ ਨੇ, ਹੋਰ ਕੋਈ ਧਰਮ ਪ੍ਰਵਾਨ ਹੀ ਨਹੀਂ ਹੈ। ਕੋਈ ਮੋਮਨ ਹੀ ਰੱਬ ਨੇ ਬਣਾਏ ਨੇ, ਬਾਕੀ ਜਿਹੜੇ ਕਾਫਰ ਨੇ ਉਹ ਤੇ ਮੋਮਨ ਦੀ ਸੇਵਾ ਲਈ ਬਣਾਏ ਨੇ ਸਾਰੀ ਦੁਨੀਆ। ਉਹ ਤੇ ਮੰਨਦੇ ਨਹੀਂ ਕਿਸੇ ਨੂੰ। ਜੇ ਮੱਕਾ ਨਾ ਹਜ਼ੂਰ ਕਮਾਉਂਦੇ ਤੇ ਮੰਨਦਾ ਕੌਣ ਸੀ? ਗੱਲਾਂ ਦੇ ਨਾਲ ਕਿੱਥੋਂ ਮੰਨਣ ਵਾਲੇ ਸਨ? ਇੱਕ ਨਹੀਂ ਬੜੀਆਂ ਕਰਾਮਾਤਾਂ ਵਿਖਾਲੀਆਂ, ਪਰ ਅੱਜ ਦਾ ਗਿਆਨੀ ਸਿਓ ਉਹ ਸਾਰੀਆਂ ਕਰਾਮਾਤਾਂ ਨੂੰ ਮਨ ਘੱਟ ਦੱਸ ਰਿਹਾ ਹੈ। ਹਰ ਚੀਜ਼ ਨੂੰ ਮਨ ਘੱਟ ਦੱਸ ਕੇ ਸ਼ਰਧਾ ਭਾਵਨਾ ਗੁਰੂ ਤੋਂ ਤੋੜੀ ਜਾ ਰਹੀ ਹੈ। ਇੱਥੋਂ ਤੱਕ ਕਹਿੰਦੇ ਨੇ ਕਿ ਗੁਰੂ ਨੂੰ ਬਾਣੀ, ਗੁਰੂ ਗ੍ਰੰਥ ਸਾਹਿਬ ਨੂੰ ਇਹ ਠੰਡੇ ਗਰਮ ਰੁਮਾਲੇ ਦੇਣ ਦੀ ਕੀ ਲੋੜ ਹੈ? ਇਹ ਭੋਗ ਲਵਾਉਣ ਦੀ ਕੀ ਲੋੜ ਹੈ? ਐਵੇਂ ਪਰਪੰਚ ਨੇ। ਫਿਰ ਇੱਕ ਹੋਰ ਗੱਲ ਕਰਦੇ ਨੇ, ਬੜੀ ਸਮਝਣ ਵਾਲੀ ਹੈ। ਉਹ ਕਹਿੰਦੇ ਨੇ ਜਸਵਿੰਦਰ ਸਿੰਘ ਜੀ, ਕਹਿੰਦੇ ਕਿ ਬਾਣੀ ਕੇਵਲ ਵਿਚਾਰ ਦਾ ਵਿਸ਼ਾ ਹੈ, ਹੋਰ ਕੁਝ ਨਹੀਂ। ਤੇ ਬਾਣੀ ਪੜੋ, ਪੰਕਤੀ ਪੜੋ, ਉੱਤੇ ਵਿਚਾਰ ਕਰੋ। ਬਾਣੀ ਇਸ ਲਈ ਹੈ, ਨਹੀਂ ਇਸ ਲਈ ਨਹੀਂ ਕੱਲੀ। ਕਿਉਂ? ਜੇ ਇਸ ਲਈ ਹੋਵੇ ਤੇ ਉਹਨਾਂ ਨੂੰ ਬੰਦਾ ਪੁੱਛੇ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਹੈ ਉੱਥੇ ਇੱਕ ਸਕਰੀਨ ਲਾ ਦਈਏ, ਤੇ ਬੰਦਾ ਆਊਗਾ, ਬਟਨ ਦੱਬੂਗਾ, ਹਾਂ ਬਟਨ ਦੱਬੂਗਾ, ਪੰਕਤੀ ਦੇਖੂਗਾ, ਵਿਚਾਰ ਕਰਕੇ ਚਲਾ ਜਾਊਗਾ। ਫਿਰ ਸਿਰ ਵੀ ਢੱਕਣ ਦੀ ਲੋੜ ਨਹੀਂ, ਜੁੱਤੀ ਵੀ ਲਾਉਣ ਦੀ ਲੋੜ ਨਹੀਂ, ਜਿੱਦਾਂ ਮਰਜ਼ੀ ਆ ਜਾਓ। ਫਿਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਕੀ ਲੋੜ ਰਹਿ ਗਈ? ਜੇ ਕੱਲਾ ਹੀ ਵਿਚਾਰ ਹੀ ਕਰਨੀ ਹੈ ਤੇ ਅੱਜ ਕੱਲ ਤਾਂ ਹਰੇਕ ਬੰਦਾ ਜੇਬ 'ਚ ਪਾਈ ਫਿਰਦਾ ਬਾਣੀ ਨੂੰ। ਗੁਰੂ ਤੋਂ ਜੇਬ 'ਚ ਪਾਈ ਫਿਰਦੇ ਤੁਸੀਂ। ਜਿਹੜੇ ਸ਼ਰਧਾ ਤੋਂ ਹੀਣੇ ਨੇ ਉਹਨਾਂ ਦੇ ਜੇਬ 'ਚ ਪਾ ਲਿਆ, ਉਹਨਾਂ ਦਾ ਉਹਨੇ ਨਾ ਸਰ ਗਿਆ।
ਫਿਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਕੀ ਲੋੜ ਰਹਿ ਗਈ ਜੇ ਕੱਲਾ ਬਾਣੀ ਦੀ ਪੰਕਤੀ ਦੇ ਵਿਚਾਰ ਹੀ ਕਰਨੀ ਹੈ। ਨਹੀਂ, ਉਹ ਇੱਕ ਮਰਜ਼ਾਦਾ ਵੀ ਬਣਾਈ ਹੈ। ਸਤਿਗੁਰੂ ਹੈ ਗਿਆਨ, ਸਤਿਗੁਰੂ ਹੈ ਪੂਜਾ। ਕਹਿੰਦੇ ਸਿੱਖ ਨੇ ਗਿਆਨ ਵੀ ਗੁਰੂ ਤੋਂ ਲੈਣਾ, ਵਿਚਾਰ ਕਰਨੀ ਜ਼ਰੂਰੀ, ਪਰ ਪੂਜਾ ਵੀ ਗੁਰੂ ਦੀ ਕਰਨੀ। ਅਸੀਂ ਪੂਜਾ ਪੱਥਰਾਂ ਦੀ ਨਹੀਂ ਕਰਨੀ, ਦਰਖਤਾਂ ਦੀ ਨਹੀਂ ਕਰਨੀ, ਪਾਣੀਆਂ ਦੀ ਨਹੀਂ ਕਰਨੀ, ਤਾਰਿਆਂ ਚੰਦਾਂ ਦੀ ਨਹੀਂ ਕਰਨੀ। ਜੇ ਪੂਜਾ ਵੀ ਕਰਨੀ ਹੈ ਤੇ ਗੁਰੂ ਸਾਹਿਬ ਦੀ ਕਰਨੀ ਹੈ। ਉਹੀ ਸਾਡਾ ਸਭ ਕੁਝ ਹੈ। ਸਤਿਗੁਰੂ ਹੈ ਗਿਆਨ, ਸਤਿਗੁਰੂ ਹੈ ਪੂਜਾ। ਫਿਰ ਕਹਿੰਦੇ ਨੇ ਗੁਰ ਪੂਜਾ ਵਿਦ ਸਹਿਤ ਕਰੀਆਂ। ਉਹ ਕਰਨ ਦੀ ਵੀ ਵਿਧੀ ਹੈ, ਵਿਧੀ ਨਾਲ ਕਹਿੰਦੇ ਕੀਤੀ ਜਾਂਦੀ ਹੈ। ਉਹ ਸਿੱਖਣੀ ਪੈਂਦੀ ਹੈ, ਕਿਤੇ ਦਾਖਲ ਹੋਣਾ ਪੈਂਦਾ ਹੈ। ਕਿਸੇ ਪੜ੍ਹੇ ਲਿਖੇ ਦੇ ਕੋਲ ਕਾਲਜ ਵਿੱਚ ਪੜ੍ਹੇ ਨਹੀਂ, ਜਿਹਨੇ ਆਪਣਾ ਆਪ ਪੜ੍ਹਿਆ ਹੈ। ਮਹਾਂਪੁਰਖ ਬਾਬਾ ਹਰਚਰਨ ਸਿੰਘ ਖਾਲਸਾ ਔਰ ਸਾਧ ਸੰਗਤ ਤੁਹਾਡੇ ਵੱਡੇ ਭਾਗ ਕਿ ਤੁਹਾਡੇ ਬਿਲਕੁਲ ਨਜ਼ਦੀਕ ਪਿੰਡ ਦੇ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਧੁੱਗਿਆਂ ਵਾਲੇ, ਖੇੜਾ ਸਾਹਿਬ ਵਾਲੇ, ਇਸ ਤਰ੍ਹਾਂ ਦੇ ਮਹਾਂਪੁਰਖ ਜਿਹੜੇ ਨੇ ਨਾਮ ਦੇ ਰਸੀਏ, ਜਿਨ੍ਹਾਂ ਨੇ ਆਪਣਾ ਪੜਿਆ ਹੋਇਆ ਹੈ, ਉਹਦੀ ਸੰਗਤ ਕਰਨੀ ਪੈਂਦੀ ਹੈ। ਦੀਵੇ ਦੇ ਨਾਲ ਦੀਵਾ ਜਗੇਗਾ ਜਾ ਕੇ। ਸੱਤੀ ਪੈਰੀ ਸੱਤ ਭਲਾ ਪਈਏ ਪੜਿਆ ਪਾਸ। ਉੱਥੇ ਕਹਿੰਦੇ ਪੜੇ ਦੇ ਕੋਲ ਜਾ ਕੇ ਬੈਠੂਗੇ, ਹੋਣਾ ਕੀ ਉੱਥੇ? ਉਹਨੇ ਜਾਦੂ ਨਹੀਂ ਕਰ ਦੇਣਾ ਕੋਈ ਤੇ ਕੋਲ ਬਹਿ ਗਿਆ ਤੇ ਕੰਮ ਸਰ ਗਿਆ। ਨਹੀਂ, ਉੱਥੇ ਪਾਪ ਪੁੰਨ ਵਿਚਾਰੀਏ, ਕੂੜੇ ਘਟੇ ਰਾਸ। ਉੱਥੇ ਕਹਿੰਦੇ ਇਹ ਪਛਾਣ ਹੋਵੇਗੀ ਪਾਪ ਕਿਹਨੂੰ ਕਹਿੰਦੇ ਨੇ ਤੇ ਪੁੰਨ ਕਿਹਨੂੰ ਕਹਿੰਦੇ ਨੇ। ਕਿਉਂਕਿ ਸਾਧ ਸੰਗਤ ਦੇ ਬੰਦੇ ਦਾ ਫਤੂਰ ਐਸਾ ਹੈ ਦਿਮਾਗ ਦੇ ਵਿੱਚ ਵੀ ਸਾਰੀ ਜ਼ਿੰਦਗੀ ਇਹਨੂੰ ਇਹ ਨਹੀਂ ਸਮਝ ਲੱਗਦੀ ਕਿ ਪਾਪ ਕਿਹੜਾ ਹੈ ਤੇ ਪੁੰਨ ਕਿਹੜਾ ਹੈ। ਬੁਰਾ ਭਲਾ ਨਾ ਪਛਾਣੀ ਬਣ ਜਾ ਰਿਹਾ ਮਿੱਤਰ, ਮਨ ਮੱਤਾ ਅਹਮੇਵ। ਕਹਿੰਦੇ ਬੁਰੇ ਤੇ ਭਲੇ ਦੀ ਪਛਾਣ ਹੀ ਨਹੀਂ ਹੁੰਦੀ ਸਾਰੀ ਜ਼ਿੰਦਗੀ। ਹੰਕਾਰ ਦੇ ਵਿੱਚ ਰੱਤਾ ਹੋਇਆ ਬੰਦਾ ਮੱਤਾ ਹੋਇਆ ਤੇ ਉਹ ਪੜਿਆਂ ਦੇ ਕੋਲ, ਮਹਾਂਪੁਰਖਾਂ ਦੇ ਕੋਲ ਬਹਿ ਕੇ ਇਹੀ ਤੇ ਪਤਾ ਲੱਗਣਾ ਪਾਪ ਕਿਹੜਾ ਹੈ, ਪੁੰਨ ਕਿਹੜਾ ਹੈ, ਕਰਨਾ ਕਿਹੜਾ ਤੇ ਛੱਡਣਾ ਕਿਹੜਾ। ਜਿੱਦਾਂ ਸਹਿਜ ਸਾਹਿਬ ਨੇ ਲਿਖਿਆ ਕਿ ਕਰਨਯੋਗ ਕਿਹੜੇ ਤੇ ਨਾ ਕਰਨਯੋਗ ਕਿਹੜੇ ਕੰਮ, ਉਹੀ ਤੇ ਪਤਾ ਲੱਗਣਾ ਉੱਥੇ। ਉਹ ਫਿਰ ਧੰਨੇ ਦੀ ਗੱਲ ਬਣ ਗਈ ਜੀ। ਗੁਸਾਈ ਪ੍ਰਤੱਖ ਹੋਏ। ਅੱਜ ਦਾ ਜਿਹੜਾ ਗਿਆਨੀ ਬਣਿਆ ਇਸ ਤਰ੍ਹਾਂ ਦਾ, ਜਿਹਦੀ ਗੱਲ ਕਰਕੇ ਹਟਿਓ, ਜਿਹੜਾ ਕਹਿੰਦਾ ਕੇਵਲ ਵਿਚਾਰ ਦਾ ਵਿਸ਼ਾ ਹੈ, ਹੋਰ ਕੁਝ ਨਹੀਂ ਲੋੜ। ਗੁਰੂ ਨੂੰ ਮੱਥਾ ਟੇਕਣ ਦੀ ਲੋੜ ਨਹੀਂ, ਅਦਬ ਸਤਿਕਾਰ ਕਰਨ ਦੀ ਲੋੜ ਨਹੀਂ। ਸਰੋਵਰਾਂ ਦੀ ਨਿੰਦਿਆ ਕਰਨ ਲੱਗ ਪਿਆ, ਬੋਲੀਆਂ ਦੀ ਨਿੰਦਿਆ ਕਰਨ ਲੱਗ ਪਿਆ, ਅੰਮ੍ਰਿਤ ਦੀ ਨਿੰਦਿਆ ਕਰਨ ਲੱਗ ਪਿਆ। ਅੰਮ੍ਰਿਤ ਦੀਆਂ 5 ਬਾਣੀਆਂ ਤੇ ਕਿੰਤੂ ਹੋ ਗਿਆ ਤੇ ਇੰਨੇ ਸੌ ਗਏ ਅਸੀਂ। ਕਮਾਲ ਹੋ ਗਈ। ਜੇ ਸਾਧ ਸੰਗਤ ਅੰਮ੍ਰਿਤ ਤੇ ਵੀ ਕਿੰਤੂ ਹੋ ਗਿਆ ਸਾਡੇ ਕੋਲ, 5 ਬਾਣੀਆਂ ਦੇ ਨਿਤਨੇਮ ਤੇ ਵੀ ਹੋ ਗਿਆ, ਫਿਰ ਰਹਿ ਕੀ ਜਾਣਾ ਕੋਲ ਸਾਡੇ? ਕੱਖ ਵੀ ਨਹੀਂ ਰਹਿਣਾ। ਕਹਿੰਦੇ ਕਿ ਦਸਮ ਪਾਤਸ਼ਾਹ ਦੀ ਬਾਣੀ ਜਿਹੜੀ ਹੈ ਉਹ ਪ੍ਰਵਾਨ ਨਹੀਂ ਹੈ। ਦਸਮ ਪਾਤਸ਼ਾਹ ਦੀ ਕੋਈ ਬਾਣੀ ਨਹੀਂ, ਜਾਪ ਸਾਹਿਬ ਗੁਰੂ ਦੀ ਬਾਣੀ ਨਹੀਂ, ਸਵਈਏ ਨਹੀਂ, ਚੌਪਈ ਨਹੀਂ। ਇਸ ਕਰਕੇ 5 ਬਾਣੀਆਂ ਦੇ ਨਾਲ ਜਿਹੜਾ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ ਉਹ ਵਿਧੀ ਗਲਤ ਹੈ। ਕਹਿੰਦੇ ਇੰਨੇ ਸਿਆਣੇ ਹੋ ਗਏ ਨੇ ਅੱਜ। ਉਹ ਜਿਹੜੇ ਅੰਮ੍ਰਿਤ ਛਕ ਕੇ ਮੰਜ਼ਿਲ ਤੇ ਪਹੁੰਚੇ ਨੇ, ਉਹਨਾਂ ਨੂੰ ਪੁੱਛ ਕੇ ਵੇਖੋ ਕਿੱਥੋਂ ਦੀ ਪਹੁੰਚੇ ਨੇ, ਉਹਨਾਂ ਦਾ ਰਸਤਾ ਵੇਖੋ ਕਿਸ ਰਸਤਿਓਂ ਲੰਘੇ ਨੇ। ਉਹ ਉਹਨਾਂ ਦੇ ਸਾਧ ਸੰਗਤ ਜਿਹੜੇ ਸੱਤ ਕੋਲੋਂ ਅੱਗੇ ਲੰਘ ਗਏ ਨੇ, ਉਹਨਾਂ ਦੀ ਪੈੜ ਦੱਬੀ ਦੀ ਹੈ, ਉਹਨਾਂ ਦੀ ਨਿੰਦਿਆ ਨਹੀਂ ਕਰੀ ਦੀ ਵੀ ਗਲਤ ਚਲੇ ਗਏ। ਉਹਨਾਂ ਦੀ ਪੈੜ ਦੱਬਾਂਗੇ ਤੇ ਮੰਜ਼ਿਲ ਤੇ ਪਹੁੰਚ ਜਾਵਾਂਗੇ। ਕਿਉਂ? ਉਹ ਪਹੁੰਚੇ ਹੋਏ ਨੇ ਨਾ। ਖੋਜੀ ਖੋਜ ਲੱਦਾ ਹਰ ਸੰਤਨ ਪਾਹਾ ਰਾਮ। ਕਹਿੰਦੇ ਜਿੱਦਾਂ ਖੋਜੇ ਪੈੜ ਦੱਬ ਲੈਂਦੇ ਨੇ ਨਾ, ਪੈੜ ਦੱਬ ਕੇ ਪਿੱਛੇ ਪਹੁੰਚ ਜਾਂਦੇ ਨੇ ਸ਼ਿਕਾਰ ਦੇ, ਇਦਾਂ ਕਹਿੰਦੇ ਸੰਤਾਂ ਦੀ ਪੈੜ ਦੱਬ ਲੈ, ਸੰਤਾਂ ਦੀ, ਹੋਰ ਕੁਝ ਨਹੀਂ ਕਰਨਾ, ਬਸ ਸੰਤਾਂ ਦੀ ਪੈੜ ਦੱਬ ਲੈ ਤੇ ਰੱਬ ਦੇ ਘਰ ਲੈ ਜਾਣਾ ਉਸ ਪੈੜ ਨੇ। ਕਿਉਂਕਿ ਉਹ ਗਏ ਨੇ ਤੇਰੇ ਮੋਹਰੇ ਮੋਹਰੇ ਉੱਥੇ, ਤੇ ਜਿਹੜੇ ਸਾਡੇ ਮੋਹਰੇ ਮੋਹਰੇ ਗਏ ਨੇ ਉਹਨਾਂ ਦੀ ਨਿੰਦਿਆ ਨਹੀਂ ਕਰਨ ਲੱਗ ਪੈਣਾ। ਨਿੰਦਿਆ ਰਸ ਬੜਾ ਰਿਹਾ ਨਿੰਦਿਆ ਦੇ ਵਿੱਚ ਪਏ ਹੋਏ। ਉਹ ਇਹ ਵੀ ਗੱਲ ਕਹਿੰਦੇ ਨੇ, ਕਹਿੰਦੇ ਉਹ ਧੰਨੇ ਨੂੰ ਕਿਤੇ ਨਹੀਂ ਮਿਲਿਆ ਪੱਥਰ ਦੇ ਵਿੱਚੋਂ, ਕਿਤੇ ਨਹੀਂ ਰੱਬ ਪ੍ਰਗਟ ਹੋਇਆ। ਇਹ ਜਿਹੜੀ ਪੌੜੀ ਮੈਂ ਪੜ੍ਹ ਕੇ ਸੁਣਾਈ ਭਾਈ ਗੁਰਦਾਸ ਜੀ ਦੀ, ਇਹਦੇ ਅਰਥ ਹੋਰ ਹੀ ਢੰਗ ਨਾਲ ਆਪਣੇ ਕਰ ਦਿੱਤੇ ਨੇ ਉਹਨਾਂ ਨੇ। ਪਰ ਸਾਧ ਸੰਗਤ ਪ੍ਰਤੱਖ ਲਿਖਿਆ ਹੋਇਆ ਹੈ ਕਿ ਗੁਸਾਈ ਪ੍ਰਤੱਖ ਹੋਏ। ਰੋਟੀ ਖਾਏ ਸ਼ਾਹ ਮੂੰਹ ਲਾਵੇ। ਕਹਿੰਦੇ ਗੁਸਾਈ ਉਹ ਅੱਲਾਹ ਤਾਲਾ, ਉਹ ਖੁਦਾਬੰਦ ਕਰੀਮ, ਉਹ ਮੌਲਾ ਕਹਿ ਲੋ, ਵਾਹਿਗੁਰੂ ਕਹਿ ਲੋ, ਪਰਮੇਸ਼ਰ ਕਹਿ ਲੋ, ਪਰਮਾਤਮਾ ਕਹਿ ਲੋ, ਜਿੱਦਾਂ ਮਰਜ਼ੀ ਉਹਨੂੰ ਯਾਦ ਕਰ ਲਓ। ਉਹ ਰੱਬ ਜਿਹੜਾ ਕਦੇ ਲੱਭਦਾ ਨਹੀਂ। ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਜਾ ਕੇ ਛੋਟੇ ਛੋਟੇ ਬੱਚਿਆਂ ਨੂੰ ਵਿਲਕਦਿਆਂ ਛੱਡ ਕੇ ਚਲੇ ਗਏ, ਲੜ ਲੱਗੀ ਤਰਿਆਂ ਨੂੰ ਛੱਡ ਕੇ ਚਲੇ ਗਏ, ਬੁੱਢੇ ਮਾਂ-ਬਾਪ ਜਿਨ੍ਹਾਂ ਦੀ ਡੰਗੋਰੀ ਵਰਗਾ ਸਹਾਰਾ ਬਣਨਾ ਸੀ ਉਹਨਾਂ ਨੂੰ ਛੱਡ ਕੇ ਜੰਗਲਾਂ 'ਚ ਚਲਾ ਗਿਆ, ਬਣ ਗਿਆ ਸਾਧ, ਆਪਣਾ ਆਪ ਗਵਾਚ ਗਿਆ ਪਰ ਰੱਬ ਨਾ ਲੱਭਾ। ਜਿਹਨੂੰ ਲੱਭਣ ਗਏ ਲੋਕ ਆਪ ਗਵਾਚ ਜਾਂਦੇ ਨੇ, ਉਹ ਰੱਬ ਧੰਨੇ ਦੀ ਕੁਟਿਆ ਦੇ ਵਿੱਚ ਪ੍ਰਤੱਖ ਹੋ ਗਿਆ। ਉਸ ਦਿਨ ਗੁਸਾਈ ਪ੍ਰਤੱਖ ਹੋਏ। ਪ੍ਰਤੱਖ ਹੋ ਕੇ ਕੀਤਾ ਰੋਟੀ ਖਾਏ ਸ਼ਾਹ ਮੂੰਹ ਲਾਵੇ। ਕਹਿੰਦੇ ਰੋਟੀ ਵੀ ਖਾਧੀ ਤੇ ਲੱਸੀ ਵੀ ਪੀਤੀ ਧੰਨੇ ਦੇ ਕੋਲ ਪ੍ਰਤੱਖ ਹੋ ਕੇ। ਕਿਉਂ? ਪੌੜੀ ਦੀ ਸਮਾਪਤੀ ਕਰਦੇ ਨੇ, ਕਹਿੰਦੇ ਭੋਲਾ ਭਾਉ ਗੋਬਿੰਦ ਮਿਲਾਵੇ। ਉਹ ਮਿਲਾਉਣ ਵਾਲਾ ਜਿਹੜਾ ਰੱਬ ਨੂੰ ਕਹਿੰਦੇ ਸੁਭਾਅ ਹੈ ਉਹ ਭੋਲਾਪਨ ਹੈ।
ਉੱਥੇ ਚਤਰਾਈਆਂ ਚਲਾਕੀਆਂ ਸਿਆਣਪਾ ਵਡਿਆਈਆਂ ਉਪਮਾ ਦੁਨੀਆ ਦੀਆਂ ਸਾਰੀਆਂ ਇੱਕ ਪਾਸੇ ਰਹਿ ਗਈਆਂ। ਲੋਕਨ ਕੀਆਂ ਵਡਿਆਈਆਂ ਤੇ ਬਸੰਤਰ ਯਾਰ, ਲੋਕਨ ਕੀ ਚਤਰਾਈ ਉਪਮਾ ਤੇ ਬਸੰਤਰ ਯਾਰ, ਲੋਕਨ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇਹਨੇ ਜਲੇ ਹੀ ਨਾਮ ਵਿਸਾਰਿਆ ਕਿ ਨਾ ਚੱਲਦੀ ਨਾਲ। ਉਹ ਕਹਿੰਦੇ ਅੱਗ ਵਿੱਚ ਪਾ ਕੇ ਲੂ ਦਿੱਤੀਆਂ ਧੰਨੇ ਨੇ ਵੀ, ਤੇ ਤੂੰ ਵੀ ਲੂ ਦੇ। ਤੇ ਫਿਰ ਭੋਲਾ ਭਾਉ ਜੇ ਹੋਊਗਾ ਤੇਰੇ ਕੋਲ, ਕਿਸ ਤਰ੍ਹਾਂ? ਜਿਸ ਤਰ੍ਹਾਂ ਇੱਕ ਬੱਚਾ ਹੁੰਦਾ ਹੈ। ਧੰਨੇ ਨੇ ਕੀ ਕੀਤਾ? ਧੰਨੇ ਸੇਵਿਆ ਬਾਲ ਬੁੱਧ। ਧੰਨੇ ਨੇ ਗੁਰੂ ਦੀ ਆਪਣੇ ਮਾਲਕ ਦੀ ਸੇਵਾ ਕੀਤੀ, ਬੱਚਿਆਂ ਵਰਗੀ ਬੁੱਧੀ ਬਣਾ ਕੇ, ਬੱਚਿਆਂ ਵਰਗੀ ਅਕਲ ਲੈ ਕੇ, ਵੀ ਮੈਨੂੰ ਕੁਝ ਨਹੀਂ ਪਤਾ, ਕੱਖ ਨਹੀਂ ਪਤਾ, ਬਿਲਕੁਲ ਸਾਫ਼ ਹੋ ਕੇ। ਫਿਰ ਕਹਿੰਦੇ ਉਹਨੇ ਸੇਵਿਆ ਉਸ ਨੂੰ। ਧੰਨੇ ਸੇਵਿਆ ਬਾਲ ਬੁੱਧ ਤੇ ਤਰਲੋਚਨ ਗੁਰਮਿਲ ਭਈ ਸੁਧ। ਕੀ ਹੋਇਆ? ਰੱਬ ਪ੍ਰਗਟ ਹੋ ਗਿਆ, ਧੰਨੇ ਦੇ ਨਾਲ ਤੁਰ ਪਿਆ। ਫੇਰ ਕੱਲਾ ਧੰਨੇ ਨੂੰ ਦੀਦਾ ਹੈ, ਹੋਰ ਕਿਸੇ ਨੂੰ ਨਹੀਂ ਦੀਦਾ। ਉਹ ਰੱਬ ਜਿਹੜਾ ਮਾਲਕ ਨਾਲ ਤੁਰਿਆ, ਬੰਦੇ ਦਾ ਰੂਪ ਬਣਾ ਕੇ ਧੰਨੇ ਦੇ ਸਾਰੇ ਕੰਮ ਕੀਤੇ ਉਸਨੇ। ਉਹਨੇ ਧੰਨੇ ਦੀਆਂ ਗਊਆਂ ਵੀ ਚਾਰੀਆਂ, ਹਲਟ ਵੀ ਜੋੜਿਆ, ਹਲ ਵੀ ਵਾਇਆ, ਪੱਠੇ ਵੀ ਵੱਡੇ, ਡੰਗਰ ਵੀ ਮੋੜੇ, ਸਭ ਕੁਝ ਕੀਤਾ, ਨੱਕੇ ਮੋੜੇ, ਸਾਰੇ ਕੰਮ ਕੀਤੇ। ਨਾਮਦੇਵ ਦੀ ਬਣਾਈ ਛਪਰੀ, ਧੰਨੇ ਦੀਆਂ ਗਊਆਂ ਚਾਰੀਆਂ। ਬੜੇ ਪਿਆਰੇ ਪਿਆਰੇ ਗੀਤ ਨੇ ਪੁਰਾਣੇ, ਕੱਲ ਹੀ ਮੈਂ ਭਰਦਾ ਆਇਆ ਬਾਬਾ ਜੀ ਲਈ। ਉਹ ਕਹਿੰਦੇ ਤਰਲੋਚਨ ਨੂੰ ਪਤਾ ਲੱਗਾ, ਖੇਤਾਂ ਵਿੱਚ ਲਹਿਰਾਂ ਬਹਿਰਾਂ ਲੱਗ ਗਈਆਂ, ਸਾਰਾ ਪਿੰਡ ਹੈਰਾਨ ਹੋ ਗਿਆ ਵੀ ਗੱਲ ਕੀ ਹੈ। ਰਾਤੋਂ ਰਾਤ ਖੇਤ ਭਰਿਆ ਹੁੰਦਾ, ਜਿੱਦਾਂ ਮੀਂਹ ਪੈ ਗਿਆ ਹੁੰਦਾ, ਤਾਪੜ ਤੋੜ ਧੰਨੇ ਦੇ ਖੇਤਾਂ ਵਿੱਚ ਫਸਲਾਂ ਲਹਿ ਲਹਾ ਰਹੀਆਂ ਨੇ, ਗੱਲ ਕੀ ਹੈ। ਹੌਲੀ ਹੌਲੀ ਪਤਾ ਲੱਗ ਗਿਆ, ਤਾਂ ਵੱਟੀ ਫਿਰ ਗਈ ਸਾਰੇ ਨਗਰ ਦੇ ਵਿੱਚ, ਫਿਰ ਧੰਨੇ ਨੂੰ ਰੱਬ ਮਿਲ ਪਿਆ। ਸੱਚਮੁੱਚ ਧੰਨੇ ਨੂੰ ਮਿਲ ਪਿਆ, ਜਿਹੜਾ ਮਿਲਦਾ ਨਹੀਂ ਕਿਸੇ ਨੂੰ ਮਿਲ ਪਿਆ। ਤੇ ਤਰਲੋਚਨ ਜੀ ਨੂੰ ਪਤਾ ਲੱਗਾ, ਬੜੇ ਸ਼ਰਮਿੰਦੇ ਹੋਏ ਤਰਲੋਚਨ ਜੀ ਆਏ ਧੰਨੇ ਦੇ ਕੋਲ। ਇਹ ਬਚਨ ਮੈਂ ਜਿਹੜੇ ਸੁਣਾ ਰਿਹਾ ਸਾਧ ਸੰਗਤ ਤੇ ਬਾਬਾ ਜੀ ਕੋਲੋਂ ਸੁਣੇ ਹੋਏ ਨੇ ਸੋਲਪੁਰ। ਕੁਝ ਸਾਖੀਆਂ ਐਸੀਆਂ ਨੇ ਜਿਹੜੀਆਂ ਉਹਨਾਂ ਦੇ ਕੋਲੋਂ ਹੂ ਬਹੂ ਸੁਣੀਆਂ ਨੇ। ਉਹ ਕਿਉਂਕਿ ਉਹ ਸਾਖੀਆਂ ਜਿਹੜੀਆਂ ਹੁੰਦੀਆਂ ਨੇ, ਜਿਹੜੇ ਮਹਾਂਪੁਰਖ ਸੁਣਾਉਂਦੇ ਨੇ, ਉਹ ਕਿਤਾਬਾਂ ਚੋਂ ਨਹੀਂ ਮਿਲਦੀਆਂ, ਉਹ ਕਿਸੇ ਗ੍ਰੰਥਾਂ ਚੋਂ ਨਹੀਂ ਮਿਲਦੀਆਂ, ਉਹ ਕਿਸੇ ਟੇਪ ਰਿਕਾਰਡਾਂ ਚੋਂ ਨਹੀਂ ਮਿਲਦੀਆਂ। ਉਹ ਅੰਦਰਲੀ ਅੱਖ ਦੇ ਨਾਲ ਉਹਨਾਂ ਨੇ ਵੇਖਿਆ ਹੁੰਦਾ ਹੈ, ਸਾਰਾ ਅਨੁਭਵ ਅੰਦਰ ਹੁੰਦਾ ਹੈ ਉਹਨਾਂ ਦੇ। ਉਹ ਸੱਚੀਆਂ ਬਾਤਾਂ ਸੁਣਾਉਂਦੇ ਨੇ ਜਿਹੜੀਆਂ ਕਿਸੇ ਨੂੰ ਨਹੀਂ ਪਤਾ। ਬਾਬਾ ਜੀ ਨੇ ਵਚਨ ਸੁਣਾਇਆ, ਕਹਿੰਦੇ ਧੰਨਾ ਖੇਤਾਂ ਦੇ ਵਿੱਚ ਸੀ, ਤਰਲੋਚਨ ਜੀ ਆ ਗਏ ਉੱਥੇ, ਤੇ ਆ ਕੇ ਕਹਿੰਦੇ ਨੇ ਧੰਨਿਆ ਮੈਨੂੰ ਪਤਾ ਲੱਗਾ ਕਿ ਤੈਨੂੰ ਮਿਲ ਪਿਆ। ਉਹ ਧੰਨਿਆ ਮੇਰੀ ਬੇਨਤੀ ਮੰਨ, ਮੈਨੂੰ ਵੀ ਦਿਖਾੜ। ਤੇ ਕਹਿੰਦੇ ਧੰਨਾ ਕਵੇ ਉਹ ਵੇਖਦੇ, ਉਹ ਡੰਗਰ ਮੁੜਦੇ ਵੇਖ, ਮੋੜੀਆਂ ਹੋ ਰਹੀਆਂ, ਉਹ ਵੇਖ ਨੱਕੇ ਮੋੜਦਾ, ਉਹ ਉਹਦੇ ਖੂਹ ਜੋੜਿਆ ਹੋਇਆ। ਤੇ ਕਹਿੰਦੇ ਤਰਲੋਚਨ ਨੂੰ ਡੰਗਰ ਮੁੜਦੇ ਦੀਦੇ ਨੇ, ਪਰ ਮੋੜਨ ਵਾਲਾ ਕੋਈ ਨਹੀਂ ਦੀਦਾ। ਨੱਕੇ ਵੱਢ ਹੁੰਦੇ ਦੀਦੇ ਨੇ, ਪਰ ਨੱਕਾ ਮੋੜਨ ਵਾਲਾ ਨਜ਼ਰ ਨਹੀਂ ਆਉਂਦਾ। ਸਾਰੇ ਕੰਮ ਹੁੰਦੇ ਦੀਦੇ ਨੇ, ਪਰ ਕਰਨ ਵਾਲਾ ਨਜ਼ਰ ਨਹੀਂ ਆਉਂਦਾ। ਤੇ ਤਰਲੋਚਨ ਜੀ ਕਹਿੰਦੇ ਧੰਨਿਆ ਮੈਨੂੰ ਨਹੀਂ ਦੀਦਾ, ਮੇਰੀ ਬੇਨਤੀ ਕਰ, ਸੱਚਮੁੱਚ ਮੈਨੂੰ ਨਹੀਂ ਦੀਦਾ, ਮੈਨੂੰ ਵੀ ਦਿਖਾੜ। ਤੇ ਕਹਿੰਦੇ ਧੰਨੇ ਨੇ ਬੇਨਤੀ ਕੀਤੀ ਰੱਬ ਨੂੰ ਕਿ ਇਹਨੂੰ ਵੀ ਦਰਸ਼ਨ ਦਿਓ। ਤੇ ਕਹਿੰਦੇ ਮਾਲਕ ਨੇ ਆਖਿਆ, ਵਾਹਿਗੁਰੂ ਨੇ, ਕਹਿੰਦੇ ਨਹੀਂ ਧੰਨਿਆ ਇਸ ਤਰ੍ਹਾਂ ਨਹੀਂ ਮੈਂ ਮਿਲਦਾ। ਕਹਿੰਦੇ ਚਤਰਾਈਆਂ ਚਲਾਕੀਆਂ ਦੇ ਨਾਲ ਨਹੀਂ ਮੈਂ ਕਦੇ ਮਿਲਦਾ। ਇਹ ਤੇ ਕਹਿੰਦੇ ਕੋਈ ਤੇਰੇ ਵਰਗੀ ਅੱਖ ਦੇ ਨਾਲ ਵੇਖੇ ਫਿਰ ਮੈਂ ਨਜ਼ਰ ਆਵਾਂਗਾ, ਭਾਵਨਾ ਤੇ ਬਿਨਾਂ ਨਹੀਂ ਨਜ਼ਰ ਆਉਣਾ। ਤੇ ਕਹਿੰਦੇ ਧੰਨੇ ਨੇ ਬੇਨਤੀ ਕੀਤੀ, ਕਹਿੰਦਾ ਨਹੀਂ ਮਹਾਰਾਜ, ਅਕਸਰ ਮੇਰਾ ਗੁਰੂ ਹੈ, ਅਕਸਰ ਤੇ ਮੈਨੂੰ ਇੰਨੇ ਹੀ ਤੋਰਿਆ ਇਸ ਪਾਸੇ ਨੂੰ, ਜੇ ਮੈਂ ਮੰਜ਼ਿਲ ਤੇ ਪਹੁੰਚਾਂ ਤੋਰਿਆ ਤੇ ਇੰਨੇ ਸੀ, ਮੇਰੀ ਖਾਤਰ ਕਹਿੰਦੇ ਇਹਨਾਂ ਨੂੰ ਦਰਸ਼ਨ ਦੇ ਦਿਓ। ਉਸ ਵੇਲੇ ਫਿਰ ਪਹਿਲਾਂ ਤਰਲੋਚਨ ਕਦੇ ਗੁਰੂ ਸੀ ਧੰਨੇ ਦਾ, ਫਿਰ ਧੰਨਾ ਗੁਰੂ ਬਣ ਗਿਆ ਤਰਲੋਚਨ ਦਾ। ਧੰਨੇ ਦੀ ਸਿਫਾਰਿਸ਼ ਤੇ ਤਰਲੋਚਨ ਨੂੰ ਰੱਬ ਮਿਲਿਆ। ਕਹਿੰਦੇ ਧੰਨੇ ਸੇਵਿਆ ਬਾਲ ਬੁੱਧ ਤੇ ਤਰਲੋਚਨ ਗੁਰ ਮਿਲ ਭਈ ਸੁਧ। ਤੇ ਤਰਲੋਚਨ ਨੂੰ ਆਪਣੇ ਗੁਰੂ ਨੂੰ ਮਿਲ ਕੇ, ਭਾਵ ਧੰਨੇ ਨੂੰ ਮਿਲ ਕੇ ਫਿਰ ਸੁਧ ਬੁੱਧ ਹੋਈ ਉਹਨੂੰ, ਫਿਰ ਉਹਨੂੰ ਮਿਲਿਆ। ਧੰਨੇ ਸੇਵਿਆ ਬਾਲ ਬੁੱਧ ਤਰਲੋਚਨ ਗੁਰ ਮਿਲ ਭਈ ਸੁਧ। ਤਰਲੋਚਨ ਗੁਰ ਮਿਲ ਭਈ ਸੁਧ। ਤੇਰਾ ਖਾਨ ਸੁਹਾਵਾ, ਰੂਪ ਸੁਹਾਵਾ, ਆਨ ਸੁਹਾਵਾ, ਰੂਪ ਸੁਹਾਵਾ। ਭਗਤ ਸੋਹੇ ਦਰਬਾਰੇ, ਤੇਰੇ ਭਗਤ ਸੋਹੇ ਦਰਬਾਰੇ, ਭਗਤ ਸੋਹੇ ਦਰਬਾਰੇ, ਤੇਰੇ ਭਗਤ ਸੋਹੇ ਦਰਬਾਰੇ, ਤੇਰੇ ਭਗਤ ਸੋਹੇ ਦਰਬਾਰੇ, ਤੇਰੇ ਭਗਤ